ਮੰਤਰੀ ਦੇ ਕਾਕੇ ਨੂੰ ਹੁਣ ਪੁਲਿਸ ਜੇਲ੍ਹ ਦੇ ਵਿੱਚ ਪ੍ਰਾਹੁਣਿਆਂ ਵਾਂਗੂ ਰੱਖੂਗੀ। ਸ਼ਹੀਦ ਹੋਏ ਕਿਸਾਨਾਂ ਦੀ ਕੱਲ ਨੂੰ ਅੰਤਿਮ ਅਰਦਾਸ ਹੋਏਗੀ। ਪੂਰਾ ਦੇਸ਼ ਸ਼ਰਧਾਂਜਲੀ ਦੇਣ ਲਈ ਯੂਪੀ ਦੇ ਤਿਕੋਨੀਆਂ 'ਚ ਪਹੁੰਚੂਗਾ। ਕੱਲ ਨੂੰ ਕਾਤਲ ਤੇ ਬਲਾਤਕਾਰੀ ਸਾਧ ਰਾਮ ਰਹੀਮ ਨੂੰ ਵੀ ਰਣਜੀਤ ਸਿੰਘ ਕਤਲ ਕੇਸ ਦੇ ਵਿੱਚ ਸਜ਼ਾ ਦਾ ਐਲਾਨ ਹੋਵੇਗਾ। ਕੱਲ ਸ਼ਾਮ ਨੂੰ ਪੂਰੇ ਭਾਰਤ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਦੀਵੇ ਜਗਾਏ ਜਾਣਗੇ। ਤੇ ਜੇ ਅੱਜ ਰਾਤ ਤੱਕ ਬਾਕੀ ਮੁਲਜ਼ਮ ਵੀ ਨਾ ਫੜੇ, ਮੰਤਰੀ ਬਰਖਾਸਤ ਨਾ ਕੀਤਾ ਤਾਂ ਕੱਲ ਨੂੰ ਸ਼ਹੀਦ ਕਿਸਾਨ ਕਲਸ਼ ਯਾਤਰਾ ਸ਼ੁਰੂ ਕਰਨਗੇ। ਕਿਸਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ ਨੂੰ ਪੰਜਾਬ ਆ ਰਹੇ ਨੇ। ਸੇਖਵਾਂ ਦੇ ਘਰੇ ਅਫਸੋਸ ਕਰਨ ਤੋਂ ਬਾਅਦ ਜਲੰਧਰ ਜਾਣਗੇ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ 에ਅਰਪੋਰਟ ਤੇ ਪੰਜਾਬ ਦੀਆਂ ਬੱਸਾਂ ਦੇ ਮਸਲੇ ਤੇ ਗੱਲਬਾਤ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਮਿਲਣ ਦਾ ਸਮਾਂ ਮੰਗਿਆ। ਸਤਿ ਸ਼੍ਰੀ ਅਕਾਲ ਜੀ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਅੱਜ ਦੇ ਬੁਲੇਟਿਨ ਦੇ ਵਿੱਚ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਖਾਸ ਖਬਰਾਂ ਦੱਸਣ ਤੋਂ ਪਹਿਲਾਂ ਸ਼ੁੱਕਰਵਾਰ ਦੀ ਲੋਕ ਰਾਏ ਦਾ ਨਤੀਜਾ ਤੁਹਾਨੂੰ ਦੱਸਦੇ ਹਾਂ। ਸ਼ੁੱਕਰਵਾਰ ਦੀ ਲੋਕ ਰਾਏ ਸੀ ਕਿ ਰਾਮ ਰਹੀਮ ਨੂੰ ਰਣਜੀਤ ਸਿੰਘ ਕਤਲ ਕੇਸ ਦਾ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। 12 ਅਕਤੂਬਰ ਨੂੰ ਸਜ਼ਾ ਦਾ ਐਲਾਨ ਹੋਵੇਗਾ। ਤੁਹਾਨੂੰ ਕੀ ਲੱਗਦਾ ਹੈ, ਬੇਗੁਨਾਹਾਂ ਦੀ ਜਾਨ ਲੈਣ ਵਾਲੇ ਨੂੰ ਫਾਂਸੀ ਹੋ ਸਕਦੀ ਹੈ ਜਾਂ ਫਿਰ ਉਮਰ ਕੈਦ? 31% ਲੋਕਾਂ ਨੂੰ ਲੱਗਦਾ ਹੈ ਕਿ ਫਾਂਸੀ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ, ਜਦਕਿ 69% ਨੂੰ ਲੱਗਦਾ ਹੈ ਕਿ ਉਮਰ ਕੈਦ ਹੀ ਹੋਏਗੀ, ਫਾਂਸੀ ਇਹਨੂੰ ਨਹੀਂ ਦਿੱਤੀ ਜਾਏਗੀ। ਅੱਜ ਦੀ ਲੋਕ ਰਾਏ ਹੈ ਕਿ ਮੰਤਰੀ ਦੇ ਕਾਕੇ ਨੂੰ ਅਦਾਲਤ ਨੇ 3 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ, ਪਰ ਸ਼ਰਤਾਂ ਦੇ ਨਾਲ ਕਿ ਪੁੱਛਗਿੱਛ ਵੇਲੇ ਮਿਸ਼ਰਾ ਦੇ ਵਕੀਲ ਮੌਜੂਦ ਰਹਿਣਗੇ ਤੇ ਪੁਲਿਸ ਬਾਵਾ ਦੂਰ ਖੜ ਕੇ ਸਵਾਲ ਕਰ ਸਕੂਗੀ। ਕੀ ਤੁਹਾਨੂੰ ਵੀ ਲੱਗਦਾ ਹੈ ਕਿ ਇਹ ਪੁਲਿਸ ਰਿਮਾਂਡ ਨਾ ਹੋ ਕੇ VIP ਰਿਮਾਂਡ ਹੈ? ਜੇ ਤੁਹਾਨੂੰ ਲੱਗਦਾ ਹੈ ਕਿ VIP ਰਿਮਾਂਡ ਹੈ, ਯੈਸ ਜਾਂ ਹਾਂ ਲਿਖਿਓ। ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ, ਦੂਸਰਿਆਂ ਵਾਂਗ ਹੀ ਕੀਤਾ ਜਾ ਰਿਹਾ ਜਿਵੇਂ ਬਾਕੀ ਲੋਕਾਂ ਨਾਲ ਕੀਤਾ ਜਾਂਦਾ ਹੈ, ਤਾਂ ਨੋ ਜਾਂ ਨਾ ਲਿਖਿਓ। ਖਬਰਾਂ ਵਿਸਤਾਰ ਦੇ ਨਾਲ ਤੇ ਗੱਲ ਪਹਿਲਾਂ ਪੰਜਾਬ ਦੇ ਨਾਲ ਪੂਰੇ ਭਾਰਤ ਦੇ ਵਿੱਚ ਬਲੈਕਆਊਟ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ਅਸੀਂ ਪੰਜਾਬ ਦੇ ਵਿੱਚ ਬਲੈਕਆਊਟ ਨਹੀਂ ਹੋਣ ਦੇਵਾਂਗੇ। ਕੇਂਦਰ ਸਰਕਾਰ ਨੂੰ ਕੋਲੇ ਦੀ ਢੁਕਵੀਂ ਸਪਲਾਈ ਯਕੀਨੀ ਬਣਾਉਣ ਦੇ ਲਈ ਵੀ ਚੰਨੀ ਨੇ ਕਿਹਾ ਤੇ ਚੰਨੀ ਦਾ ਇਹ ਬਿਆਨ ਪੰਜਾਬ ਦੇ ਥਰਮਲ ਪਾਵਰ ਪਲਾਂਟਾਂ ਦੇ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਜਿਹੜੀ ਸਮੱਸਿਆ ਖੜੀ ਹੋ ਗਈ ਹੈ ਬਿਜਲੀ ਸੰਕਟ ਦੀ, ਉਸ ਦਰਮਿਆਨ ਆਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਿਰਫ ਪੰਜਾਬ 'ਚ ਹੀ ਨਹੀਂ ਬਲਕਿ ਸਾਰੇ ਦੇਸ਼ ਦੇ ਵਿੱਚ ਕੋਲੇ ਦੀ ਘਾਟ ਕਰਕੇ ਬਿਜਲੀ ਦੀ ਸਮੱਸਿਆ ਖੜੀ ਹੋ ਗਈ ਹੈ। ਉਹਨਾਂ ਕਿਹਾ ਕਿ ਮੈਂ ਕੋਲਾ ਮੰਤਰੀ ਦੇ ਨਾਲ ਵੀ ਗੱਲ ਕੀਤੀ ਹੈ, ਚਿੱਠੀ ਵੀ ਲਿਖ ਚੁੱਕਿਆ ਹਾਂ, ਕੇਂਦਰ ਸਰਕਾਰ ਨੂੰ ਕੋਲੇ ਦੀ ਢੁਕਵੀਂ ਸਪਲਾਈ ਲਈ ਕਹਿ ਚੁੱਕਿਆ ਹਾਂ। ਜਦੋਂ ਚੰਨੀ ਨੂੰ ਪੁੱਛਿਆ ਗਿਆ ਕਿ ਸੂਬੇ ਦੇ ਵਿੱਚ ਬਿਜਲੀ ਦਾ ਬਲੈਕਆਊਟ ਹੋਣ ਦਾ ਖਤਰਾ ਪੈਦਾ ਹੋਇਆ ਪਿਆ ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਅਜਿਹਾ ਨਹੀਂ ਹੋਣ ਦੇਵੇਗੀ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕੋਲਾ ਮੰਤਰੀ ਦੇ ਨਾਲ ਬੈਠਕ ਕੀਤੀ। ਕਈ ਸੂਬਿਆਂ ਨੇ ਇਸ ਦਰਮਿਆਨ ਕੋਲੇ ਦੀ ਘਾਟ ਦੀ ਸ਼ਿਕਾਇਤ ਕੀਤੀ। ਦੇਸ਼ ਦੇ ਤਕਰੀਬਨ ਸਾਰੇ ਹੀ ਸੂਬੇ ਇਸ ਵਕਤ ਕੋਲੇ ਦੀ ਘਾਟ ਨਾਲ ਲੜਾਈ ਲੜ ਰਹੇ ਨੇ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਖਾਸ ਤੌਰ ਤੇ ਉੱਚ ਪੱਧਰੀ ਬੈਠਕ ਬੁਲਾਈ। ਇਹਦੇ ਵਿੱਚ ਸੀਨੀਅਰ ਬਿਊਰੋਕਰੇਟਸ ਸਣੇ ਸੂਬੇ ਦੇ ਵਿੱਚ ਵੱਲੋਂ ਚਲਾਏ ਜਾ ਰਹੇ ਊਰਜਾ ਗਰੁੱਪ NTPC ਲਿਮਟਿਡ ਦੇ ਅਧਿਕਾਰੀ ਵੀ ਸ਼ਾਮਿਲ ਹੋਏ। ਕਈ ਸੂਬਿਆਂ ਨੇ ਕੋਲੇ ਕਾਰਨ ਬਲੈਕਆਊਟ ਹੋਣ ਦੀ ਜਾਣਕਾਰੀ ਦਿੱਤੀ। ਬਿਹਾਰ, ਯੂਪੀ, ਦਿੱਲੀ, ਪੰਜਾਬ, ਕੇਰਲਾ, ਰਾਜਸਥਾਨ ਤੇ ਕਰਨਾਟਕਾ ਨੂੰ ਦਿੱਤੀ ਜਾਣ ਵਾਲੀ 4000 ਮੈਗਾਵਾਟ ਬਿਜਲੀ ਦੀ ਸਪਲਾਈ ਅੱਧੀ ਕਰ ਦਿੱਤੀ ਗਈ ਹੈ। ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਕੋਲੇ ਦਾ ਜਿਹੜੇ ਰੈਕ ਪਹੁੰਚਣੇ ਸੀਗੇ 22 ਦੇ ਵਿੱਚੋਂ 11 ਪਹੁੰਚੇ ਨੇ। ਊਰਜਾ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਸਸਤੀ ਗੈਸ ਦਾ ਕੋਟਾ ਖਤਮ ਕਰ ਦਿੱਤਾ ਹੈ ਤੇ ਸਾਨੂੰ ਖਰੀਦਣੀ ਪੈ ਰਹੀ ਹੈ। ਇਹਦੀ ਲਾਗਤ 17 ਰੁਪਏ 50 ਪੈਸੇ ਹੈ। ਇਸ ਤੋਂ ਇਲਾਵਾ ਬਿਜਲੀ ਵੀ ਉੱਚੀਆਂ ਦਰਾਂ ਤੇ 20 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖਰੀਦ ਰਹੇ ਹਾਂ। ਯਾਨੀ ਕਿ ਹਾਲਾਤ ਇਹ ਹੋ ਗਏ ਨੇ ਕਿ ਬਾਜ਼ਾਰ 'ਚੋਂ ਬਿਜਲੀ ਖਰੀਦਣੀ ਪੈ ਰਹੀ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਕਿਹਾ ਕਿ ਅਸੀਂ ਜਾਂ ਤਾਂ NTPC ਤੋਂ ਬਿਜਲੀ ਲੈ ਰਹੇ ਹਾਂ ਜਾਂ ਫਿਰ ਪ੍ਰਾਈਵੇਟ ਕੰਪਨੀਆਂ ਤੋਂ ਮਹਿੰਗੇ ਭਾਅ ਤੇ ਲੈ ਰਹੇ ਹਾਂ ਤੇ ਇਹਨਾਂ ਤੋਂ ਲੋੜ ਦੇ ਹਿਸਾਬ ਨਾਲ ਸਪਲਾਈ ਮਿਲਦੀ ਵੀ ਨਹੀਂ ਹੈ। ਤੇ ਕੋਲਾ ਮੰਤਰੀ ਨੇ ਸਫਾਈ ਦਿੱਤੀ ਕਿ ਬਿਜਲੀ ਉਤਪਾਦਕ ਮਸ਼ੀਨਾਂ ਦੀ ਜ਼ਰੂਰਤ ਪੂਰਾ ਕਰਨ ਦੇ ਲਈ ਦੇਸ਼ ਦੇ ਵਿੱਚ ਵਾਧੂ ਭੰਡਾਰ ਹੈ। ਪਰ ਸਵਾਲ ਤਾਂ ਇਹ ਖੜਾ ਹੁੰਦਾ, ਜੇ ਵਾਧੂ ਭੰਡਾਰ ਹੈ ਫਿਰ ਸੂਬਿਆਂ ਨੂੰ ਕੋਲਾ ਦਿੱਤਾ ਕਿਉਂ ਨਹੀਂ ਜਾ ਰਿਹਾ? ਕੋਲਾ ਮੰਤਰਾਲਾ ਕਹਿੰਦੇ ਯਕੀਨੀ ਬਣਾ ਰਿਹਾ ਹੈ ਕਿ ਇਸ ਦੀ ਵਜ੍ਹਾ ਨਾਲ ਕੋਈ ਸੰਕਟ ਪੈਦਾ ਹੋ ਰਿਹਾ ਹੋਵੇ। ਬਿਲਕੁਲ ਗਲਤ ਹੈ। ਕੋਲਾ ਮੰਤਰੀ ਨੇ ਟਵੀਟ ਵੀ ਕੀਤਾ ਸੀ ਕਿ ਦੇਸ਼ ਵਿੱਚ ਕੋਲੇ ਦੇ ਉਤਪਾਦਨ ਤੇ ਸਪਲਾਈ ਦੇ ਹਾਲਾਤਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਕੋਲ ਇੰਡੀਆ ਦੇ ਮੁੱਖ ਦਫ਼ਤਰ ਦੇ ਕੋਲ 4 ਕਰੋੜ ਟਨ ਤੋਂ ਵੀ ਵੱਧ ਕੋਲੇ ਦਾ ਭੰਡਾਰ ਹੈ ਤੇ 24 ਦਿਨਾਂ ਦੀ ਕੋਲੇ ਦੀ ਮੰਗ ਪੂਰੀ ਕਰਦਾ ਹੈ। ਸੋ ਇਹ ਜਿਹੜਾ ਬਿਆਨ ਦਿੱਤਾ ਗਿਆ ਹੈ ਕੇਂਦਰੀ ਮੰਤਰੀ ਦੇ ਵੱਲੋਂ, ਇਹ ਸੱਚਮੁੱਚ ਬੜਾ ਹੈਰਾਨ ਕਰਨ ਵਾਲਾ ਹੈ। ਕਹਿੰਦੇ ਨੇ ਕਿ ਕੋਲੇ ਦਾ ਤਾਂ ਵਾਧੂ ਸਟਾਕ ਪਿਆ, ਸੂਬੇ ਕਹਿ ਰਹੇ ਨੇ ਕਿ ਕੋਲੇ ਦੀ ਘਾਟ ਹੈ, ਕੋਲਾ ਸਪਲਾਈ ਨਹੀਂ ਕੀਤਾ ਜਾ ਰਿਹਾ, ਜਾਂ ਫਿਰ ਸੂਬੇ ਝੂਠ ਬੋਲ ਰਹੇ ਨੇ ਜਾਂ ਕੇਂਦਰ ਸਰਕਾਰ ਝੂਠ ਬੋਲ ਰਹੀ ਹੈ। ਇਸ ਬਾਰੇ ਕੁਝ ਹਲੇ ਨਹੀਂ ਕਿਹਾ ਜਾ ਸਕਦਾ ਬਿਨਾਂ ਪੜਤਾਲ ਤੋਂ, ਪਰ ਸੱਚ ਤਾਂ ਇਹ ਹੈ ਕਿ ਬਿਜਲੀ ਦੇ ਕੱਟ ਲੱਗ ਰਹੇ ਨੇ, ਲੰਬੇ ਲੱਗ ਰਹੇ ਨੇ ਤੇ ਲੋਕ ਪਰੇਸ਼ਾਨ ਹੋ ਰਹੇ ਨੇ। ਥਰਮਲ ਪਲਾਂਟਾਂ ਕੋਲ ਕੋਲਾ ਹੈ ਨਹੀਂ, ਇਹ ਸੱਚਾਈ ਹੈ।
ਪੰਜਾਬ ਦੇ ਵਿੱਚ ਪ੍ਰਾਈਵੇਟ ਥਰਮਲ ਪਲਾਂਟਾਂ ਕੋਲੇ ਕੋਲਾ ਜਿਹੜਾ ਮੰਗਲਵਾਰ ਦੁਪਹਿਰ ਤੱਕ ਖਤਮ ਹੋ ਜਾਏਗਾ ਤੇ ਸਰਕਾਰੀ ਨੇ ਜਿਹੜੇ ਉਹਨਾਂ ਕੋਲੇ ਵੀਰਵਾਰ ਤੱਕ ਖਤਮ ਹੋ ਜਾਊਗਾ ਜੇ ਹੋਰ ਕੋਲਾ ਨਾ ਪਹੁੰਚਿਆ। ਇਸ ਦਰਮਿਆਨ ਜਲੰਧਰ ਦੇ ਵਿੱਚ ਦਿੱਲੀ ਨੈਸ਼ਨਲ ਹਾਈਵੇ ਤੇ ਪੀਏਪੀ ਚੌਂਕ ਦੇ ਨੇੜੇ ਕਿਸਾਨਾਂ ਨੇ ਬਿਜਲੀ ਦੇ ਕੱਟਾਂ ਦੇ ਖਿਲਾਫ ਧਰਨਾ ਲਾਇਆ। ਟ੍ਰੈਫਿਕ ਜਾਮ ਹੋ ਗਿਆ ਸੀ। ਹਾਲਾਂਕਿ ਧਰਨਾ ਬਾਅਦ ਵਿੱਚ ਖਤਮ ਕਰ ਦਿੱਤਾ ਗਿਆ ਸੀ ਜਦੋਂ ਕਿਸਾਨਾਂ ਨੂੰ ਬਿਜਲੀ ਸਪਲਾਈ ਦਾ ਭਰੋਸਾ ਦਿੱਤਾ ਗਿਆ। ਕਿਸਾਨਾਂ ਨੇ ਦਿੱਲੀ ਜਲੰਧਰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਸੀ। ਸਵੇਰੇ 11 ਵਜੇ ਪ੍ਰਦਰਸ਼ਨ ਸ਼ੁਰੂ ਕੀਤਾ। 2 ਘੰਟਿਆਂ ਬਾਅਦ ਜਲੰਧਰ ਦੇ ਚੀਫ ਇੰਜੀਨੀਅਰ ਜੈਨਿੰਦਰ ਦਾਨੀਆ ਨੇ ਮੌਕੇ ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ, ਕੋਲੇ ਦੀ ਘਾਟ ਦੀ ਮਜਬੂਰੀ ਦੱਸੀ ਤੇ 2 ਦਿਨਾਂ ਤੱਕ ਬਿਜਲੀ ਦੀ ਨਿਰਵਿਘਨ ਸਪਲਾਈ ਦਾ ਭਰੋਸਾ ਵੀ ਦਿੱਤਾ, ਜਿਸ ਤੋਂ ਬਾਅਦ ਕਿਸਾਨਾਂ ਨੇ 2 ਦਿਨ ਦਾ ਅਲਟੀਮੇਟਮ ਦੇ ਕੇ ਧਰਨਾ ਖਤਮ ਕਰ ਦਿੱਤਾ ਤੇ ਆਵਾਜਾਈ ਮੁੜ ਤੋਂ ਚਾਲੂ ਹੋ ਗਈ। ਸੋਮਵਾਰ ਨੂੰ ਪੰਜਾਬ ਕੈਬਨਿਟ ਦੀ ਬੈਠਕ ਹੋਈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਹੋਈ ਬੈਠਕ ਤੋਂ ਬਾਅਦ ਮੁੱਖ ਮੰਤਰੀ ਨੇ ਮੇਰਾ ਘਰ ਮੇਰੇ ਨਾਮ ਸਕੀਮ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਲਾਲ ਡੋਰੇ ਦੇ ਅੰਦਰ ਆਉਣ ਵਾਲੇ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇਸ ਸਕੀਮ ਦੇ ਅਧੀਨ ਮਾਲਕਾਨਾ ਹੱਕ ਦਿੱਤੇ ਜਾਣਗੇ। ਇਹ ਸਕੀਮ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦੇ ਉੱਤੇ ਲਾਗੂ ਹੋਵੇਗੀ ਤੇ ਜ਼ਮੀਨਾਂ ਦੇ ਮਾਲਕਾਨਾ ਹੱਕ ਉਹਨਾਂ ਲੋਕਾਂ ਨੂੰ ਹੀ ਦਿੱਤੇ ਜਾਣਗੇ ਜਿਹੜੇ ਇਹਨਾਂ ਉੱਤੇ ਰਹਿ ਰਹੇ ਨੇ, ਇਹਨਾਂ ਥਾਵਾਂ ਤੇ ਰਹਿ ਰਹੇ ਨੇ ਅਤੇ ਜਿਹੜੀ ਜ਼ਮੀਨ ਦੀ ਰਜਿਸਟਰੀ ਹੋਵੇਗੀ ਉਹਦਾ ਸਾਰਾ ਖਰਚਾ ਪੰਜਾਬ ਸਰਕਾਰ ਕਰੇਗੀ। ਸਾਰੀ ਫੀਸ ਹੈ ਜਿਹੜੀ ਸਰਕਾਰ ਭਰੇਗੀ। ਲੋਕਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਮੁਫਤ ਦੇ ਵਿੱਚ ਉਹਨਾਂ ਨੂੰ ਇਹਨਾਂ ਜ਼ਮੀਨਾਂ ਦੇ ਮਾਲਕਾਨਾ ਹੱਕ ਦਿੱਤੇ ਜਾਣਗੇ, ਮਾਲਕ ਬਣਾ ਦਿੱਤਾ ਜਾਊਗਾ। ਪੰਚਾਇਤੀ ਜ਼ਮੀਨਾਂ ਲਾਲ ਡੋਰੇ ਤੋਂ ਬਾਹਰ ਰਹਿਣਗੀਆਂ। ਪਹਿਲਾਂ ਵੀ ਇਹ ਕਹਿੰਦੇ ਸਕੀਮ ਆਈ ਸੀ, ਮੁੱਖ ਮੰਤਰੀ ਨੇ ਕਿਹਾ, ਕਹਿੰਦੇ ਪਰ ਉਹ ਚੱਲੀ ਨਹੀਂ ਜਾਂ ਚਲਾਈ ਨਹੀਂ। ਇਹ ਉਹਨਾਂ ਨੇ ਇੱਕ ਸਿਆਸੀ ਬਿਆਨ ਦਿੱਤਾ। ਪਹਿਲਾਂ ਇਹ ਸਕੀਮ ਪਿੰਡਾਂ ਤੱਕ ਸੀਮਿਤ ਸੀ, ਹੁਣ ਇਸ ਨੂੰ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਲਾਗੂ ਕੀਤਾ ਜਾਊਗਾ। ਮੁੱਖ ਮੰਤਰੀ ਦੇ ਐਲਾਨ ਦੇ ਮੁਤਾਬਿਕ ਇਸ ਸਕੀਮ ਦਾ ਜਿਹੜਾ ਨਾਮ ਮੇਰਾ ਘਰ ਮੇਰੇ ਨਾਮ, ਇਸ ਤੇ ਪੈਸਾ ਕੋਈ ਨਹੀਂ ਲੱਗਣਾ। ਡਰੋਨ ਦੇ ਨਾਲ ਨਕਸ਼ੇ ਤਿਆਰ ਹੋਣਗੇ। ਨਕਸ਼ਾ ਤਿਆਰ ਕਰਕੇ ਉਹਨਾਂ ਦੀ ਰਜਿਸਟਰੀ ਕੀਤੀ ਜਾਏਗੀ। ਜੇ ਸਰਕਾਰ ਦੇ ਬਣਾਏ ਨਕਸ਼ੇ ਤੋਂ ਕਿਸੇ ਨੂੰ ਵੀ ਸਮੱਸਿਆ ਹੋਵੇਗੀ ਤਾਂ ਉਹ 15 ਦਿਨਾਂ ਦੇ ਅੰਦਰ ਅੰਦਰ ਆਪਣੀ ਦਰਖਾਸਤ ਦੇ ਸਕਦਾ ਹੈ। ਜੇ 15 ਦਿਨਾਂ ਦੇ ਵਿੱਚ ਕੋਈ ਸ਼ਿਕਾਇਤ ਜਾਂ ਇਤਰਾਜ਼ ਨਹੀਂ ਆਉਂਦਾ ਤਾਂ 16ਵੇਂ ਦਿਨ ਸਰਕਾਰ ਆਪਣੇ ਮੁਤਾਬਿਕ ਪ੍ਰਕਿਰਿਆ ਸ਼ੁਰੂ ਕਰ ਦੇਵੇਗੀ। ਕਿ ਪਿੰਡਾਂ ਤੇ ਸ਼ਹਿਰਾਂ ਦੇ ਲਾਲ ਲਾਈਨ ਦੇ ਅੰਦਰ, ਲਾਲ ਡੋਰੇ ਦੇ ਅੰਦਰ ਜਿੰਨੇ ਘਰ ਹੈ, ਪੁਰਾਣੀ ਆਬਾਦੀ ਹੈ ਜਿਹੜੀ ਪਿੰਡ ਦੀ, ਉਹ ਜਿਹੜਾ ਜਿੱਥੇ ਬੈਠਾ ਹੈ ਉਹਦੇ ਨਾਮ ਕਰਾਂਗੇ। ਪਹਿਲਾਂ ਇਹ ਸਕੀਮ ਤਾਂ ਆਈ ਸੀ ਲੇਕਿਨ ਚੱਲੀ ਨਹੀਂ, ਚਲਾਈ ਨਹੀਂ ਗਈ, ਜਾਂ ਹੁਣ ਅਸੀਂ ਉਹ ਪਿੰਡਾਂ ਤੱਕ ਹੀ ਸੀਮਤ ਸੀ। ਇਹਨੂੰ ਅਸੀਂ ਸ਼ਹਿਰਾਂ ਵਿੱਚ ਵੀ ਕਰ ਦਿੱਤਾ ਹੈ ਤੇ ਸ਼ਹਿਰਾਂ ਦੇ ਲੋਕਾਂ ਦੇ ਵੀ ਜਿਹੜੇ ਘਰ ਦੇ ਵਿੱਚ ਉਹ ਰਹਿ ਰਹੇ ਹੈ, ਲਾਲ ਲਾਈਨ ਕਰਕੇ ਉਹਨਾਂ ਦੇ ਘਰ ਨਾਮ ਨਹੀਂ ਹੈ ਜਾਂ ਰਜਿਸਟਰੀਆਂ ਫਿਰ ਉੱਥੇ ਹੀ ਦਾਖਲ ਹੁੰਦੀਆਂ। ਰੈਵਨਿਊ ਡਿਪਾਰਟਮੈਂਟ ਨੂੰ ਕੰਮ ਦਿੱਤਾ ਹੈ। ਰੈਵਨਿਊ ਡਰੋਨ ਦੇ ਨਾਲ ਪੂਰਾ ਸਿਸਟਮ ਤਿਆਰ ਕਰਕੇ ਉਹਨਾਂ ਦੇ ਘਰ ਉਹਨਾਂ ਦੇ ਨਾਮ ਹੋਣਗੇ। ਇਹਦਾ ਸਕੀਮ ਦਾ ਨਾਮ ਅਸੀਂ ਰੱਖਿਆ ਮੇਰਾ ਘਰ ਮੇਰੇ ਨਾਮ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਐਨਆਰਆਈਜ਼ ਲੋਕਾਂ ਦੀਆਂ ਜ਼ਮੀਨਾਂ ਦੀ ਰਖਵਾਲੀ ਵਾਸਤੇ ਵੀ ਨਵਾਂ ਐਕਟ ਜਲਦ ਲਿਆਉਣ ਦਾ ਐਲਾਨ ਕੀਤਾ। ਐਨਆਰਆਈ ਦੀ ਪ੍ਰਾਪਰਟੀ ਜਿਹੜੀ ਹੈ ਗਰਦੌਰੀ ਦੇ ਵਿੱਚ ਉਹਦਾ ਨਾਮ ਚੜ ਜਾਏਗਾ ਫਰਦ ਦੇ ਵਿੱਚ ਕਿ ਇਹ ਐਨਆਰਆਈ ਦੀ ਪ੍ਰਾਪਰਟੀ ਹੈ, ਉਹਨੂੰ ਛੇੜਿਆ ਨਹੀਂ ਜਾ ਸਕੇਗਾ। ਉਹਦੀ ਕੰਸੈਂਟ ਤੋਂ ਬਿਨਾ ਉਹਦੀ ਗਰਦੌਰੀ ਚੇਂਜ ਨਹੀਂ ਹੋ ਸਕਦੀ। ਇੱਕ ਅਸੀਂ ਐਕਟ ਵੀ ਇਹਦੇ ਬਾਰੇ ਲੈ ਕੇ ਆ ਰਹੇ। ਦੂਸਰਾ, ਪਿੰਡ ਦੇ ਵਿੱਚ ਜੇ ਐਨਆਰਆਈ ਦਾ ਘਰ ਹੈ ਉਹ ਵੀ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇੱਕ ਐਡ ਭੇਜ ਰਹੇ ਹਾਂ ਕਿ ਜੀ ਹੁਣ ਡਰੋਨ ਦੇ ਨਾਲ ਇਹ ਸਿਸਟਮ ਚੱਲਿਆ, ਮੇਰਾ ਘਰ ਮੇਰੇ ਨਾਮ ਜਿਹੜੀ ਸਕੀਮ ਚੱਲੀ, ਇਹਦੇ ਤਹਿਤ ਹੁਣ ਅਸੀਂ ਸਰਟੀਫਿਕੇਟ ਬਣਾਉਣੇ ਆ। ਕੈਬਨਿਟ ਮੀਟਿੰਗ ਦੇ ਵਿੱਚ ਕੁਝ ਖਾਸ ਗੱਲਾਂ ਨੇ ਜਿਹੜੀਆਂ ਉਹ ਤੁਹਾਨੂੰ ਦੱਸ ਦਿੰਦੇ ਹਾਂ। ਜਦੋਂ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਉਹ ਦਾਗੀ ਮੰਤਰੀਆਂ ਦੇ ਵਿੱਚ ਘਿਰੇ ਨਜ਼ਰ ਆਏ। ਇੱਕ ਪਾਸੇ ਉਹਨਾਂ ਦੇ ਰਾਣਾ ਗੁਰਜੀਤ ਸਿੰਘ ਬੈਠੇ ਸੀ, ਦੂਸਰੇ ਪਾਸੇ ਗੁਰਕੀਰਤ ਸਿੰਘ ਕੋਟਲੀ। ਦੋਵਾਂ ਨੂੰ ਕੈਬਨਿਟ ਦੇ ਵਿੱਚ ਥਾਂ ਦਿੱਤੀ ਗਈ ਹੈ ਅਤੇ ਦੋਵੇਂ ਕਿਸੇ ਨਾ ਕਿਸੇ ਘੁਟਾਲੇ ਦੇ ਵਿੱਚ ਫਸੇ ਹੋਏ ਨੇ। ਰਾਣਾ ਗੁਰਜੀਤ ਸਿੰਘ ਨੂੰ ਤਾਂ ਪਿਛਲੀ ਵਾਰੀ ਵਜ਼ੀਰੀ ਇਸੇ ਕਰਕੇ ਛੱਡਣੀ ਪਈ ਸੀ ਕਿ ਉਹਨਾਂ ਨੇ ਰੇਤੇ ਦੀਆਂ ਖੱਡਾਂ ਦੇ ਵਿੱਚ ਘੁਟਾਲਾ ਕੀਤਾ ਸੀ। ਗੁਰਕੀਰਤ ਸਿੰਘ ਕੋਟਲੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੇ ਅਤੇ 1995 ਦੇ ਵਿੱਚ ਇਹਨਾਂ ਦੇ ਉੱਤੇ ਇਲਜ਼ਾਮ ਲੱਗਿਆ ਸੀ, ਫਰਾਂਸੀਸੀ ਕੁੜੀ ਦੇ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲੱਗਿਆ ਸੀ। ਸੋ ਇਹਨਾਂ ਦੋਵਾਂ ਦੇ ਵਿਚਾਲੇ ਬੈਠੇ ਚੰਨੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ। ਇੱਕ ਹੋਰ ਅਹਿਮ ਜਿਹੜੀ ਗੱਲ ਨੋਟ ਕਰਨ ਵਾਲੀ ਹੈ ਕਿ ਕੈਬਨਿਟ ਦੀ ਹਾਜ਼ਰੀ ਫੁੱਲ ਰਹੀ ਕਿਉਂਕਿ ਰਜ਼ੀਆ ਸੁਲਤਾਨਾ ਜਿਨ੍ਹਾਂ ਨੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਮਰਥਨ ਦੇ ਵਿੱਚ ਅਸਤੀਫਾ ਦਿੱਤਾ ਸੀ, ਉਹ ਵੀ ਕੈਬਨਿਟ ਬੈਠਕ ਦੇ ਵਿੱਚ ਸ਼ਾਮਿਲ ਹੋਏ। ਯਾਨੀ ਕਿ ਹਾਈ ਕਮਾਂਡ ਨੇ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੈ। ਸੂਤਰ ਦੱਸਦੇ ਨੇ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਨੂੰ ਜਿਹੜਾ ਹੈਗਾ ਫੋਨ ਕੀਤਾ, ਰਜ਼ੀਆ ਸੁਲਤਾਨਾ ਜੀ ਨੂੰ ਫੋਨ ਕਰਕੇ ਕਿਹਾ ਕਿ ਸਾਨੂੰ ਤੁਹਾਡੀ ਲੋੜ ਹੈ,
ਤੁਸੀਂ ਆ ਕੇ ਆਪਣੇ ਕੰਮ ਸੰਭੋ। ਇੰਨਾ ਸੁਣਨ ਦੀ ਦੇਰ ਸੀ ਰਜ਼ੀਆ ਸੁਲਤਾਨਾ ਕੈਬਨਿਟ ਬੈਠਕ ਦੇ ਵਿੱਚ ਪਹੁੰਚ ਗਏ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਪੁੱਤਰ ਦੇ ਵਿਆਹ ਤੇ ਜਿੰਨੇ ਵੀ ਲੋਕਾਂ ਨੇ ਵਧਾਈਆਂ ਦਿੱਤੀਆਂ ਨੇ ਉਹਨਾਂ ਸਭ ਦਾ ਧੰਨਵਾਦ ਕੀਤਾ ਹੈ। ਖਾਸ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਜਥੇਦਾਰ ਸਾਹਿਬ ਨੇ ਜੋੜੀ ਨੂੰ ਜਿਹੜਾ ਹੈਗਾ ਆਸ਼ੀਰਵਾਦ ਦਿੱਤਾ ਅਤੇ ਅਰਦਾਸ ਵੀ ਕੀਤੀ। ਕਹਿੰਦੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੇ ਗਰੀਬ ਦੇ ਘਰ ਵਿੱਚ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਰਦਾਸ ਕੀਤੀ, ਮੈਨੂੰ ਵਧਾਈ ਦਿੱਤੀ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਤੇ ਨਾਲ ਹੀ ਮੁੱਖ ਮੰਤਰੀ ਨੇ ਇਹ ਵੀ ਦੁਹਰਾਇਆ ਕਿ ਜਿਹੜਾ ਸਿੱਖੀ ਸਿਧਾਂਤ ਹੈਗੇ ਨੇ ਉਹਨਾਂ ਦੇ ਮੁਤਾਬਿਕ ਸਾਦੇ ਵਿਆਹ ਨੇ ਜਿਹੜੇ ਉਹੀ ਕਰਨੇ ਹੁੰਦੇ ਨੇ ਤੇ ਅਸਲੀ ਵਿਆਹ ਉਹੀ ਹੁੰਦਾ ਜਦੋਂ ਆਨੰਦ ਕਾਰਜ ਹੁੰਦਾ, ਉਹਦੇ ਵਿੱਚ ਸਾਰਿਆਂ ਨੂੰ ਸ਼ਾਮਿਲ ਜ਼ਰੂਰ ਹੋਣਾ ਚਾਹੀਦਾ ਹੈ। ਪੂਰੇ ਪਰਿਵਾਰ ਨੇ ਫੈਸਲਾ ਕਰਕੇ ਬਹੁਤ ਸਾਦੇ ਢੰਗ ਦੇ ਨਾਲ ਜਿਸ ਤਰ੍ਹਾਂ ਦਾ ਵਿਆਹ ਹੋਣਾ ਚਾਹੀਦਾ, ਕਿਉਂਕਿ ਆਨੰਦ ਕਾਰਜਾਂ ਨੂੰ ਤਾਂ ਅਹਿਮੀਅਤ ਹੀ ਨਹੀਂ ਦਿੰਦੇ। ਹੁਣ ਤਾਂ ਮੈਰਿਜ ਪਹਿਲੇ ਦੇ ਪ੍ਰੋਗਰਾਮ ਨੂੰ ਅਹਿਮੀਅਤ ਹੋ ਗਈ ਹੈ। ਜਿਹੜਾ ਅਸਲੀ ਵਿਆਹ ਹੈ ਉਹ ਆਨੰਦ ਕਾਰਜ ਹੈ। ਅਸੀਂ ਉਸ ਨੂੰ ਅਹਿਮੀਅਤ ਦੇ ਕੇ ਬਹੁਤ ਸਾਰਿਆਂ ਨੂੰ ਨਹੀਂ ਬੁਲਾ ਸਕਿਆ, ਲੇਕਿਨ ਬਹੁਤ ਸੀਮਤ ਪਰਿਵਾਰਕ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ 'ਚ ਬੁਲਾਇਆ। ਉੱਥੇ ਆਨੰਦ ਕਾਰਜ ਹੋਏ ਹੈ, ਉੱਥੇ ਕੁੜੀ ਵਾਲੇ ਆ ਗਏ ਹੈ, ਉਹਨਾਂ ਨੇ ਉੱਥੋਂ ਹੀ ਕੁੜੀ ਤੋਰੀ ਹੈ ਤੇ ਅਸੀਂ ਆਪਣੇ ਘਰ ਲੈ ਕੇ ਆਏ। ਮੈਂ ਇਸ ਲਈ ਪਰਮਾਤਮਾ ਦਾ ਬਹੁਤ ਸ਼ੁਕਰ ਕਰਦਾ। ਪੰਜਾਬ ਸਰਕਾਰ ਨੇ ਸਕਾਲਰਸ਼ਿਪ ਘੁਟਾਲੇ ਤੇ ਵੀ ਵੱਡਾ ਐਕਸ਼ਨ ਲਿਆ ਹੈ। ਪੰਜਾਬ ਸਰਕਾਰ ਨੇ ਕਈ ਵੱਡੇ ਅਧਿਕਾਰੀਆਂ ਨੂੰ ਚਾਰਜ ਸ਼ੀਟ ਕੀਤਾ। ਡਿਪਟੀ ਡਾਇਰੈਕਟਰ ਪਰਮਿੰਦਰ ਸਿੰਘ ਗਿੱਲ ਦੇ ਖਿਲਾਫ ਕਾਰਵਾਈ ਦੇ ਆਦੇਸ਼ ਦੇ ਦਿੱਤੇ। ਡੀਕੈਫ ਚਰਨਜੀਤ ਸਿੰਘ ਖਿਲਾਫ ਵੀ ਐਕਸ਼ਨ ਲਿਆ ਗਿਆ ਹੈ। ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਬਾਕੀ ਦੇ ਕਾਲਜ ਜਿਨ੍ਹਾਂ ਦੇ ਕੋਲੋਂ ਪੈਸੇ ਦੀ ਰਿਕਵਰੀ ਬਣਦੀ ਹੈ ਹਾਲੇ ਤੱਕ ਉਹਨਾਂ ਨੇ ਜਮ੍ਹਾਂ ਨਹੀਂ ਕਰਵਾਏ, ਉਹਨਾਂ ਦੇ ਖਿਲਾਫ ਵੀ ਜਲਦੀ ਕੇਸ ਦਰਜ ਕੀਤੇ ਜਾਣਗੇ। ਇੱਥੇ ਇਹ ਗੱਲ ਬੜੀ ਨੋਟ ਕਰਨ ਵਾਲੀ ਹੈ ਕਿ ਜਦੋਂ ਇਹ ਘੁਟਾਲਾ ਹੋਇਆ ਸੀ ਤਾਂ ਉਸ ਵਕਤ ਦੇ ਜਿਹੜੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਇਸ ਘੁਟਾਲੇ ਦੇ ਵਿੱਚ ਫਸੇ ਹੋਏ, ਉਹਨਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਯਾਨੀ ਕਿ ਪੂਰਾ ਧਰਮਸੋਤ ਨੂੰ ਬਚਾਉਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਗਈ ਹੈ। ਅਧਿਕਾਰੀਆਂ ਦੇ ਉੱਤੇ ਹੀ ਸਾਰੀ ਗਾਜ ਹੈ ਉਹ ਸੁੱਟ ਦਿੱਤੀ ਗਈ ਹੈ। ਲਖੀਮਪੁਰ ਖੀਰੀ ਕਤਲकांड ਦੇ ਨਾਲ ਜੁੜੀ ਹੋਈ ਅਹਿਮ ਖਬਰ ਇਹ ਹੈ ਕਿ ਮੰਤਰੀ ਦੇ ਕਾਕੇ ਦਾ ਪੁਲਿਸ ਨੂੰ ਆਖਿਰਕਾਰ ਰਿਮਾਂਡ ਮਿਲ ਹੀ ਗਿਆ ਹੈ। ਯੂਪੀ ਦੀ ਇੱਕ ਅਦਾਲਤ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਕਾਕੇ ਆਸ਼ੀਸ਼ ਮਿਸ਼ਰਾ ਦਾ VIP ਰਿਮਾਂਡ ਦੇ ਦਿੱਤਾ ਹੈ। ਪੁਲਿਸ ਉੱਤੇ ਪੁੱਛਗਿੱਛ ਵੇਲੇ ਮੁਲਜ਼ਮ ਕੋਲ ਨਾ ਫਟਕਣ ਦੀ ਸ਼ਰਤ ਵੀ ਲਾ ਦਿੱਤੀ ਗਈ ਹੈ। ਸਰਕਾਰੀ ਧਿਰ ਅਤੇ ਬਚਾਅ ਪੱਖ ਦੇ ਵਕੀਲਾਂ ਦੀ ਭਖਵੀਂ ਬਹਿਸ ਤੋਂ ਬਾਅਦ ਅਦਾਲਤ ਵੱਲੋਂ ਆਸ਼ੀਸ਼ ਮਿਸ਼ਰਾ ਦਾ 3 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ। 2 ਦਿਨ ਪਹਿਲਾਂ ਵੀ ਮੁਲਜ਼ਮ ਅਦਾਲਤ ਮੂਹਰੇ ਪੇਸ਼ ਕੀਤਾ ਗਿਆ ਸੀ। ਉਸ ਦਿਨ ਵੀ ਸਰਕਾਰੀ ਧਿਰ ਦੇ ਵਕੀਲਾਂ ਨੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ਨੂੰ ਨਾਮਨਜ਼ੂਰ ਕਰਦਿਆਂ ਅਦਾਲਤ ਨੇ ਅੱਧੀ ਰਾਤ ਨੂੰ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਜੇਲ੍ਹ 'ਚ ਭੇਜ ਦਿੱਤਾ ਸੀ। ਅਦਾਲਤ ਨੇ ਸਰਕਾਰੀ ਧਿਰ ਦੀ ਦਲੀਲ ਨੂੰ ਅਣਸੁਣਿਆ ਕਰ ਦਿੱਤਾ ਸੀ, ਜਿਹਦੇ ਵਿੱਚ ਪੁਲਿਸ ਨੇ ਦੋਸ਼ ਲਾਇਆ ਸੀ ਕਿ ਮੁਲਜ਼ਮ ਪੁੱਛਗਿੱਛ ਵੇਲੇ ਸਹਿਯੋਗ ਨਹੀਂ ਕਰ ਰਿਹਾ ਸੀ। ਤੇ ਹੁਣ ਜਿਹੜੀ ਤਾਜ਼ਾ ਸੁਣਵਾਈ ਹੋਈ ਹੈ ਉਹਦੇ ਵਿੱਚ ਮੁਲਜ਼ਮ ਦੇ 14 ਦਿਨਾਂ ਦੀ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ, ਪਰ ਅਦਾਲਤ ਨੇ ਬੁੱਧਵਾਰ ਤੱਕ ਦਾ ਹੀ ਰਿਮਾਂਡ ਦਿੱਤਾ ਹੈ, ਯਾਨੀ ਕਿ 3 ਦਿਨਾਂ ਦਾ। ਪਰ ਇਸ ਦੇ ਨਾਲ ਅਦਾਲਤ ਨੇ ਕੁਝ ਸ਼ਰਤਾਂ ਵੀ ਲਾ ਦਿੱਤੀਆਂ ਨੇ। ਕਿਹਾ ਕਿ ਪੁਲਿਸ ਸਿਰਫ ਆਸ਼ੀਸ਼ ਮਿਸ਼ਰਾ ਦੇ ਵਕੀਲਾਂ ਦੀ ਮੌਜੂਦਗੀ ਵਿੱਚ ਤੇ ਦੂਰ ਖੜ ਕੇ ਹੀ ਉਸ ਤੋਂ ਪੁੱਛਗਿੱਛ ਕਰ ਸਕਦੀ ਹੈ। ਨਾਲ ਹੀ ਆਸ਼ੀਸ਼ ਮਿਸ਼ਰਾ ਦੇ ਮੈਡੀਕਲ ਚੈੱਕਅਪ ਅਤੇ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਸਖਤੀ ਨਾ ਵਰਤਣ ਦੀ ਸ਼ਰਤ ਵੀ ਅਦਾਲਤ ਵੱਲੋਂ ਰੱਖੀ ਗਈ ਹੈ। ਪਿਛਲੇ ਸ਼ਨੀਵਾਰ ਨੂੰ ਮੁਲਜ਼ਮ ਦਾ ਮੈਡੀਕਲ ਪੁਲਿਸ ਸਟੇਸ਼ਨ ਦੇ ਵਿੱਚ ਹੀ ਕੀਤਾ ਗਿਆ ਸੀ। ਸੋ ਆਮ ਹਾਲਾਤਾਂ ਦੇ ਵਿੱਚ ਅਜਿਹਾ ਕਦੇ ਨਹੀਂ ਹੁੰਦਾ। ਅਦਾਲਤ ਕਦੇ ਵੀ ਕਿਸੇ ਹੋਰ ਮੁਲਜ਼ਮ ਦੇ ਲਈ ਅਜਿਹਾ ਨਹੀਂ ਹੁਕਮ ਸੁਣਾਉਂਦੀ ਜਿਹੜਾ ਕਿ ਆਸ਼ੀਸ਼ ਮਿਸ਼ਰਾ ਦੇ ਲਈ ਖਾਸ ਤੌਰ ਤੇ ਸੁਣਾਇਆ ਗਿਆ ਹੈ, ਕਿਉਂਕਿ ਭਾਰਤ ਦੇ ਵਿੱਚ ਪੁਲਿਸ ਰਿਮਾਂਡ ਦਾ ਇਹ ਮਤਲਬ ਹੁੰਦਾ ਹੈ ਕਿ ਮੁਲਜ਼ਮ ਜੇ ਮੰਨਦਾ ਨਹੀਂ ਤਾਂ ਉਹਨੂੰ ਕੁੱਟ ਕੇ ਉਸਨੂੰ ਤਸੀਹੇ ਦੇ ਕੇ ਸੱਚ ਬੁਲਵਾਇਆ ਜਾਂਦਾ ਹੈ। ਤੇ ਕਈ ਤਾਂ ਬੇਕਸੂਰੇ ਨੇ ਜਿਹੜੇ ਉਹ ਵੀ ਪੁਲਿਸ ਦੇ ਇੰਟੈਰੋਗੇਸ਼ਨ ਦਾ ਸ਼ਿਕਾਰ ਹੋ ਜਾਂਦੇ ਨੇ। ਪਰ ਆਸ਼ੀਸ਼ ਮਿਸ਼ਰਾ ਦੇ ਨੇੜੇ ਜਾ ਕੇ ਪੁਲਿਸ ਉਸਨੂੰ ਨੇੜੇ ਜਾ ਕੇ ਵੀ ਸਵਾਲ ਨਹੀਂ ਪੁੱਛ ਸਕੂਗੀ। ਉਸਨੂੰ ਟੱਚ ਕਰਨਾ, ਹੱਥ ਲਾਉਣਾ ਤਾਂ ਬੜੀ ਦੂਰ ਦੀ ਗੱਲ ਹੈ। ਉਹਦੇ ਵਕੀਲ ਮੌਜੂਦ ਹੋਣਗੇ ਤੇ ਵਕੀਲਾਂ ਦੀ ਮੌਜੂਦਗੀ 'ਚ ਪੁਲਿਸ ਸਵਾਲ ਪੁੱਛੇਗੀ। ਇਹ ਹੈ ਨਿਆਂਪਾਲਿਕਾ ਦੇ ਦੋਹਰੇ ਮਾਪਦੰਡ। ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਯੂਪੀ ਇਕਾਈ ਦੇ ਪ੍ਰਧਾਨ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਤਲਬ ਕਰ ਲਿਆ। ਅਜੇ ਮਿਸ਼ਰਾ ਯੂਪੀ ਦੇ ਤਰਾਈ ਇਲਾਕੇ ਤੋਂ ਮੈਂਬਰ ਪਾਰਲੀਮੈਂਟ ਨੇ। ਸੋ ਇਸ ਪੂਰੇ ਮਸਲੇ ਦੇ ਵਿੱਚ ਯੂਪੀ ਪੁਲਿਸ ਜਿਸ ਤਰੀਕੇ ਦੇ ਨਾਲ ਮੰਤਰੀ ਦੇ ਪੁੱਤਰ ਨਾਲ ਪੇਸ਼ ਆਈ ਹੈ ਉਸ ਤੇ ਵੀ ਲਗਾਤਾਰ ਸਵਾਲ ਉੱਠ ਰਹੇ ਨੇ। ਭਾਵੇਂ ਪੁਲਿਸ ਉਸ ਦਾ ਰਿਮਾਂਡ ਲੈਣਾ ਚਾਹੁੰਦੀ ਹੈ, ਪਰ ਉਸ ਤੋਂ ਪਹਿਲਾਂ ਪੁਲਿਸ ਨੇ ਕੀ ਰਵੱਈਆ ਅਪਣਾਇਆ ਉਹ ਤੇ ਸਵਾਲ ਜ਼ਰੂਰ ਉੱਠ ਰਹੇ ਨੇ। ਸਭ ਤੋਂ ਵੱਡਾ ਸਵਾਲ ਇਹ ਹੈ ਕਿ FIR ਦਰਜ ਹੋਣ ਅਤੇ ਕਤਲ ਵਰਗੇ ਗੰਭੀਰ ਇਲਜ਼ਾਮ ਲਾਉਣ ਦੇ ਬਾਵਜੂਦ ਵੀ ਪੁਲਿਸ ਨੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਦੇ ਵਿੱਚ 5 ਦਿਨ ਦਾ ਸਮਾਂ ਕਿਉਂ ਲਾਇਆ? 12 ਘੰਟੇ ਪੁੱਛਗਿੱਛ ਕਿਉਂ ਕੀਤੀ ਗਈ?
SIT ਦੇ ਮੁਖੀ ਲਖਨਊ ਦੇ DIG ਉਪਿੰਦਰ ਅਗਰਵਾਲ ਕੋਲ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਦੂਸਰਾ ਸਵਾਲ ਹੈ ਕਿ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ 2 ਵਾਰੀ ਸਮਨ ਕਿਉਂ ਜਾਰੀ ਕੀਤੇ ਗਏ, ਕਿਉਂਕਿ ਆਮ ਤੌਰ ਤੇ ਹੋਰ ਜਦੋਂ ਕਤਲ ਦੇ ਕੇਸ ਹੁੰਦੇ ਨੇ ਉਹਨਾਂ ਦੇ ਮੁਲਜ਼ਮਾਂ ਨੂੰ ਸਮਨ ਜਾਰੀ ਕਰਨ ਨਹੀਂ ਕੀਤੇ ਜਾਂਦੇ, ਬਲਕਿ ਸਮਨ ਜਾਰੀ ਕਰਨ ਦੀ ਵਿਧੀ ਦਾ ਜ਼ਿਕਰ ਵੀ ਨਹੀਂ ਕੀਤਾ ਜਾਂਦਾ। ਜਿਹੜਾ ਮੁਲਜ਼ਮ ਹੀ ਹੋ ਗਿਆ ਉਹਨੂੰ ਤਾਂ ਪੁਲਿਸ ਸਿੱਧਾ ਲਿਆ ਕੇ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕਰੇਗੀ, ਉਹਨੂੰ ਸਵਾਲ ਜਵਾਬ ਉਹਦਾ ਪੱਖ ਪੇਸ਼ ਕਰਨ ਲਈ ਕੋਈ ਮੌਕਾ ਨਹੀਂ ਦਿੱਤਾ ਜਾਂਦਾ। ਤੇ ਇਹਨਾਂ ਸਵਾਲਾਂ ਦੇ ਦਰਮਿਆਨ ਉੱਤਰ ਪ੍ਰਦੇਸ਼ ਪੁਲਿਸ ਦੇ ਸਾਬਕਾ ਡਾਇਰੈਕਟਰ ਜਨਰਲ ਵਿਕਰਮ ਸਿੰਘ ਨੇ ਕਿਹਾ ਕਿ ਸਮਨ ਜਾਰੀ ਕਰਨਾ ਇੱਕ ਆਮ ਪ੍ਰਕਿਰਿਆ, ਪਰ ਇਹ ਇੱਕ ਹਾਈ ਪ੍ਰੋਫਾਈਲ ਕੇਸ ਹੈ, ਇਸ ਵਿੱਚ ਬਹੁਤੀ ਦੇਰੀ ਨਹੀਂ ਹੋਣੀ ਚਾਹੀਦੀ ਸੀ। ਅਜਿਹੇ ਮਾਮਲੇ ਪੁਲਿਸ ਪ੍ਰਣਾਲੀ ਦੇ ਲਈ ਅਣਖ ਵਾਲੀ ਗੱਲ ਹੁੰਦੇ ਨੇ, ਇਸ ਲਈ ਪੁਲਿਸ ਨੂੰ ਤੇਜ਼ੀ ਨਾਲ ਕਾਰਵਾਈ ਕਰਨੀ ਚਾਹੀਦੀ ਹੈ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਕੋਈ ਤਾਂ ਸੰਦੇਸ਼ ਦਿਓ ਕਿ ਤੁਸੀਂ ਇਸ ਮਾਮਲੇ ਤੇ ਗੰਭੀਰ ਹੋ। ਸੋ ਆਮ ਤੌਰ ਤੇ ਕਿਸੇ ਹੋਰ ਕਤਲ ਕੇਸ ਦੀ ਜਾਂਚ ਵਿੱਚ ਪੁਲਿਸ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ ਤੇ ਸਬੂਤ ਇਕੱਠੇ ਕਰਕੇ ਇਲਜ਼ਾਮ ਤੈਅ ਕਰਦੀ ਹੈ, ਨਾ ਕਿ ਮੁਲਜ਼ਮ ਹੈ ਜਿਹੜਾ ਉਹਨੂੰ ਪੁੱਛ ਕੇ ਚੰਗੇ ਤਰੀਕੇ ਨਾਲ ਸਵਾਲ ਪੁੱਛਦੀ ਹੈ। ਪਰ ਇਸ ਹਾਈ ਪ੍ਰੋਫਾਈਲ ਕੇਸ ਦੇ ਵਿੱਚ ਪੁਲਿਸ ਨੇ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਆਪਣੇ ਬਚਾਅ ਦੇ ਵਿੱਚ ਸਬੂਤ ਪੇਸ਼ ਕਰਨ ਦਾ ਪੂਰਾ ਮੌਕਾ ਦਿੱਤਾ। 12 ਘੰਟੇ ਉਹਨੂੰ ਦਿੱਤੇ ਗਏ ਤਾਂ ਕਿ ਉਹ ਬਚ ਸਕੇ, ਆਪਣੇ ਆਪ ਨੂੰ ਬਚਾਉਣ ਦੇ ਲਈ ਸਬੂਤ ਪੇਸ਼ ਕਰ ਸਕੇ, ਪਰ ਮੰਤਰੀ ਦਾ ਕਾਕਾ ਸਬੂਤ ਪੇਸ਼ ਨਹੀਂ ਕਰ ਸਕਿਆ ਅਤੇ ਪੁਲਿਸ ਨੂੰ ਮਜਬੂਰੀ ਦੇ ਵਿੱਚ ਉਸ ਨੂੰ ਹਿਰਾਸਤ ਵਿੱਚ ਲੈਣਾ ਹੀ ਪਿਆ। ਉਧਰ ਲਖੀਮਪੁਰ ਖੀਰੀ ਕਤਲकांड ਦੇ ਵਿਰੋਧ ਦੇ ਵਿੱਚ ਮਹਾਰਾਸ਼ਟਰ ਬੰਦ ਦਾ ਸੱਦਾ ਸਰਕਾਰ ਨੇ ਦਿੱਤਾ ਸੀ। ਯੂਪੀ ਦੇ ਲਖੀਮਪੁਰ ਦੇ ਵਿੱਚ ਜਿਹੜੀਆਂ ਇਹ ਹੱਤਿਆਵਾਂ ਹੋਈਆਂ ਨੇ ਉਸ ਦੇ ਸਖਤ ਵਿਰੋਧ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ 3 ਕਾਬਜ਼ ਪਾਰਟੀਆਂ ਨੇ ਜਿਹੜਾ ਬੰਦ ਦਾ ਸੱਦਾ ਦਿੱਤਾ ਸੀ ਉਹ ਤਕਰੀਬਨ ਸਫਲ ਰਿਹਾ। ਮੁੰਬਈ ਤੇ ਇਸ ਦੀਆਂ ਨੇੜਲੀਆਂ ਥਾਵਾਂ ਤੇ ਬੱਸ ਸੇਵਾ ਬੰਦ ਰਹੀ, ਜ਼ਿਆਦਾਤਰ ਦੁਕਾਨਾਂ ਤੇ ਹੋਰ ਵਪਾਰਿਕ ਅਦਾਰੇ ਬੰਦ ਰਹੇ। ਕੁਝ ਥਾਵਾਂ ਤੇ ਪਥਰਾਅ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਬ੍ਰਿਹਨ ਮੁੰਬਈ ਇਲੈਕਟ੍ਰਿਕ ਸਪਲਾਈ ਐਂਡ ਟਰਾਂਸਪੋਰਟ ਯਾਨੀ ਕਿ ਬੈਸਟ ਦੀਆਂ ਬੱਸ ਸੇਵਾਵਾਂ ਮੁੰਬਈ ਦੇ ਵਿੱਚ ਬੰਦ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਖੁਦ ਇਹ ਜਾਣਕਾਰੀ ਦਿੱਤੀ। ਬੈਸਟ ਦੇ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਸਵੇਰੇ ਧਾਰਾਵੀ, ਮਨਾਖੁਰਦ, ਸ਼ਿਵਾਜੀ ਨਗਰ, ਚਾਰਕੋਪ, ਓਸ਼ੀਵਰਾ, ਦੇਵਨਾਰ ਤੇ ਇਨਓਰਬਿਟ ਮਾਲ ਦੇ ਨੇੜੇ 9 ਬੱਸਾਂ ਨੁਕਸਾਨੀਆਂ ਗਈਆਂ। ਇਹਨਾਂ ਦੇ ਵਿੱਚ ਕਿਰਾਏ ਤੇ ਲਈ ਇੱਕ ਬੱਸ ਵੀ ਸ਼ਾਮਿਲ ਹੈ। ਇਹ ਵੀ ਕਿਹਾ ਗਿਆ ਕਿ ਬੈਸਟ ਪ੍ਰਸ਼ਾਸਨ ਨੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਅਤੇ ਸਥਿਤੀ ਦੀ ਸਮੀਖਿਆ ਤੋਂ ਬਾਅਦ ਹੀ ਸਾਰੇ ਡਿਪੂਆਂ ਤੋਂ ਬੱਸਾਂ ਚਲਾਏ ਜਾਣ ਦਾ ਬਿਆਨ ਹੈ ਜਿਹੜਾ ਉਹ ਦਿੱਤਾ। ਤੇ ਬੱਸਾਂ ਬੰਦ ਹੋਣ ਕਰਕੇ ਅਰਬਨ ਰੇਲਵੇ ਸਟੇਸ਼ਨਾਂ ਦੇ ਉੱਤੇ ਲੋਕਾਂ ਦੀ ਭੀੜ ਲੱਗੀ ਰਹੀ। ਤੇ ਬੜੀ ਵੱਡੀ ਗੱਲ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਮੁੰਬਈ ਵਰਗਾ ਜਿਹੜਾ ਮਹਾਰਾਸ਼ਟਰ ਵਰਗਾ ਸੂਬਾ ਹੈ ਉਸ ਨੂੰ ਸਰਕਾਰ ਨੇ ਖੁਦ ਬੰਦ ਕੀਤਾ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਤੱਕ 3 ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ, ਫਸਲਾਂ ਦੇ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਨਹੀਂ ਦਿੱਤੀ ਜਾਂਦੀ, ਕਿਸਾਨਾਂ ਦੀਆਂ ਸਾਰੀਆਂ ਮੰਗਾਂ ਲਖੀਮਪੁਰ ਖੀਰੀ ਕਤਲकांड ਸਮੇਤ ਨਹੀਂ ਮੰਗੀਆਂ ਜਾਂਦੀਆਂ, ਉਦੋਂ ਤੱਕ ਸਾਡਾ ਪ੍ਰਦਰਸ਼ਨ ਜਾਰੀ ਰਹੇਗਾ। ਟਿਕੈਤ ਨੇ ਇਲਜ਼ਾਮ ਲਾਇਆ ਕਿ ਸਰਕਾਰ ਸਾਡੇ ਪ੍ਰਦਰਸ਼ਨ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਜਿਹਦੇ ਵਿੱਚ 750 ਕਿਸਾਨ ਆਪਣੀ ਜਾਨ ਗਵਾ ਚੁੱਕੇ ਨੇ ਤੇ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਕਿਸਾਨ ਵਿਰੋਧੀ ਸਰਕਾਰ ਹੈ। ਸੋਮਵਾਰ ਨੂੰ 11 ਅਕਤੂਬਰ ਨੂੰ ਕਿਸਾਨਾਂ ਦੇ ਅਲਟੀਮੇਟਮ ਦਾ ਆਖਰੀ ਦਿਨ ਸੀ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੋਈ ਸੀ ਕਿ 11 ਤਰੀਕ ਤੱਕ ਆਸ਼ੀਸ਼ ਮਿਸ਼ਰਾ ਜਿਹੜਾ ਗ੍ਰਿਫਤਾਰ ਕੀਤਾ ਹੋਇਆ ਉਸਦੇ ਪਿਓ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਬਰਖਾਸਤ ਕਰੋ, ਅਹੁਦੇ ਤੋਂ ਗੱਦੀਆਂ ਲਾਹੋ ਤੇ ਉਸ ਨੂੰ ਗ੍ਰਿਫਤਾਰ ਕਰੋ ਪਰਚਾ ਦਰਜ ਕਰਕੇ। ਨਾਲ ਜਿਹੜੇ ਹੋਰ ਸਹਿ ਮੁਲਜ਼ਮ ਸੀਗੇ ਉਹਨਾਂ ਨੂੰ ਵੀ गिरफ्तार किया जाए। पर किसानों की जी चेतावनी सी उसका सरकार ते शायद कोई असर नहीं होया ते किसानों ने कहा जे 11 तक साडी मंग ना मनी तो असीं 12 तरीक नूं पूरे देश दे विच शहीद किसान कलश यात्रा शुरू करांगे ते 12 तरीक नूं सब तो पहलां तां उत्तर प्रदेश के तिकोनिया दे विच जिथे कतलकांड वापरिया उत्थे सारे शहीद किसान जिहड़े हैगे ने 5 एक पत्रकार समेत 5 किसान ने जिहड़े उन्हां नूं श्रद्धांजलि दित्ती जाएगी ਅਤੇ एक वड्डा धार्मिक समागम है जिहड़ा ਉਹ करवाया जाएगा। अंतिम अरदास है जिहड़ी ਉਹ करवाई जाएगी यानी कि भोग समागम होएगा ਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਪੂਰੇ ਦੇਸ਼ ਤੋਂ ਕਿਸਾਨ ਪਹੁੰਚਣਗੇ, ਆਮ ਲੋਕ ਪਹੁੰਚਣਗੇ, ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਉਸ ਤੋਂ ਬਾਅਦ ਸ਼ਾਮ ਨੂੰ ਕੈਂਡਲ ਮਾਰਚ ਹੈ ਜਿਹੜਾ ਪੂਰੇ ਦੇਸ਼ ਦੇ ਵਿੱਚ ਉਹ ਕੱਢੇ ਜਾਣਗੇ। ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਹਰ ਕੋਈ ਮੋਮਬੱਤੀਆਂ ਜਗਾਏ ਸ਼ਹੀਦ ਹੋਏ ਕਿਸਾਨਾਂ ਦੀ ਯਾਦ ਦੇ ਵਿੱਚ, ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ, ਕਿਉਂਕਿ ਜਿਸ ਤਰੀਕੇ ਦੇ ਨਾਲ ਜਿਸ ਬੇਰਹਿਮੀ ਦੇ ਨਾਲ ਕਿਸਾਨਾਂ ਨੂੰ ਮਾਰਿਆ ਗਿਆ ਹੈ ਹਰ ਕਿਸੇ ਦਾ ਦਿਲ ਦੁਖੀ ਹੈ ਤੇ ਉਹਨਾਂ ਦੀ ਯਾਦ ਦੇ ਵਿੱਚ ਦੀਵੇ ਜਾਂ ਮੋਮਬੱਤੀਆਂ ਜ਼ਰੂਰ ਜਗਾਈਆਂ ਜਾਣ। ਜਿਹੜੇ ਲੋਕ ਕੈਂਡਲ ਮਾਰਚਾਂ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਉਹ ਆਪਣੇ ਘਰਾਂ ਦੇ ਵਿੱਚ ਦੀਵੇ ਜਗਾ ਲੈਣ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਵੀ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਵੀ ਧਰਨਾ ਚੱਲ ਰਿਹਾ ਹੈ ਹਰ ਧਰਮ ਹਰ ਬਰਾਦਰੀ ਦੇ ਲੋਕ ਆਪਣੇ ਘਰਾਂ ਜਾਂ ਮੋਰਚਿਆਂ ਦੇ ਵਿੱਚ ਲਖੀਮਪੁਰ ਖੀਰੀ ਘਟਨਾ ਦੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ। ਸਿੱਖ ਭਾਈਚਾਰਾ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਅਰਦਾਸ ਕਰੇ ਤੇ ਬਾਕੀ ਭਾਈਚਾਰੇ ਵੀ ਆਪਣੇ ਆਪਣੇ ਤਰੀਕੇ ਦੇ ਨਾਲ ਸ਼ਹੀਦ ਕਿਸਾਨਾਂ ਨੂੰ ਆਤਮਿਕ ਸ਼ਾਂਤੀ ਦੇਣ ਲਈ ਅਰਦਾਸ ਕਰਨ ਤੇ ਇਹ ਪ੍ਰੋਗਰਾਮ ਪੂਰੇ ਦੇਸ਼ ਦਾ ਪ੍ਰੋਗਰਾਮ ਹੈ।
आत्मिक शांति के लिए कल सभी जगह पे प्रार्थनाएं की जाएंगी। हमारी आप सबसे बेनती है कि जहाँ जहाँ हमारे धरने चल रहे हैं या अपने अपने गांव में जहाँ जहाँ भी कोई भाई कर सकता है, वो सभी धर्मों के भाई, सभी बरादरियों के भाई, क्योंकि वो देश के लिए शहीद हुए हैं। ये आंदोलन केवल किसानों का नहीं है, देश के हर नागरिक की रोटी का सवाल है, जिसके लिए उन भाइयों ने कुर्बानियाँ दी हैं। इसलिए देश का हर जाति, हर धर्म उनकी आत्मिक शांति के लिए कल प्रार्थना करे। किसाਨਾਂ ਨੇ ਜਿਹੜਾ ਅਲਟੀਮੇਟਮ ਦਿੱਤਾ ਸੀ ਉਹਦੇ ਵਿੱਚ 12 ਤਰੀਕ ਤੋਂ ਸਾਰੇ ਜਿਹੜੇ ਰੋਸ ਮੁਜ਼ਾਹਰੇ ਨੇ ਉਹ ਸ਼ੁਰੂ ਹੋ ਜਾਣਗੇ। 12 ਤੋਂ ਲੈ ਕੇ ਪੂਰਾ ਅਕਤੂਬਰ ਮਹੀਨਾ ਚੱਲਣਗੇ ਤੇ ਦੁਸ਼ਹਿਰੇ ਵਾਲੇ ਦਿਨ ਸਾਰੇ ਜਿਹੜੇ ਹਾਕਮ ਹੈਗੇ ਨੇ, ਦੇਸ਼ ਦੇ ਹਾਕਮ ਅਤੇ ਉਦਯੋਗਪਤੀ, ਉਹਨਾਂ ਦੇ ਪੁਤਲੇ ਫੂਕਣ ਦਾ ਜਿਹੜਾ ਸੱਦਾ ਉਹ ਵੀ ਕਿਸਾਨਾਂ ਨੇ ਦਿੱਤਾ ਹੈ ਤੇ ਇਸ ਸੱਦੇ ਦਾ ਭਾਰਤੀ ਜਨਤਾ ਪਾਰਟੀ ਨੇ ਵਿਰੋਧ ਕੀਤਾ ਹੈ। ਭਾਰਤੀ ਜਨਤਾ ਪਾਰਟੀ ਨੇ ਦੁਸ਼ਹਿਰੇ ਵਾਲੇ ਦਿਨ ਸਿਆਸੀ ਲੀਡਰਾਂ ਦੇ ਪੁਤਲੇ ਸਾੜਨ ਦੇ ਐਲਾਨ ਤੇ ਨਿਸ਼ਾਨਾ ਕੱਸਿਆ। ਬੀਜੇਪੀ ਦੇ ਜਨਰਲ ਸੈਕਟਰੀ ਸੁਭਾਸ਼ ਸ਼ਰਮਾ ਨੇ ਕਿਹਾ ਕਿ ਹਿੰਦੂਆਂ ਦੇ ਜੋ ਤਿਉਹਾਰ ਹੁੰਦੇ ਨੇ ਉਦੋਂ ਹੀ ਵਿਰੋਧ ਕਿਉਂ ਹੁੰਦੇ ਨੇ। ਹਿੰਦੂ ਤਿਉਹਾਰਾਂ ਦੇ ਵਿੱਚ 1 ਸਾਲ ਤੋਂ ਖਲਲ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਹਿੰਦੂ ਤਿਉਹਾਰਾਂ ਦੇ ਵਿੱਚ ਖਲਲ ਪਾਉਣਾ ਮੰਦਭਾਗਾ ਹੈ। ਪਵਿੱਤਰ ਤਿਉਹਾਰਾਂ ਨੂੰ ਸਿਆਸਤ ਤੋਂ ਦੂਰ ਰੱਖਣਾ ਚਾਹੀਦਾ ਹੈ। ਕਿਸਾਨ ਰਾਜਨੀਤੀ ਤੋਂ ਦੂਰ ਰਹਿਣ, ਇਹ ਬਿਆਨ ਉਹਨਾਂ ਨੇ ਦਿੱਤਾ ਹੈ। ਕਿਸਾਨ ਲੀਡਰਾਂ ਨੇ ਇਸ ਇਲਜ਼ਾਮ ਨੂੰ ਨਕਾਰਿਆ ਕਿ ਹੈ ਕਿ ਸਾਡੀ ਅਜਿਹੀ ਕੋਈ ਮਨਸ਼ਾ ਨਹੀਂ ਹੈ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਅਸੀਂ ਜਿਹੜਾ ਹੈਗਾ ਸਿਆਸੀ ਲੀਡਰਾਂ ਦੇ ਬੁੱਤ, ਸਿਆਸੀ ਲੀਡਰਾਂ ਦੇ ਜਿਹੜੇ ਪੁਤਲੇ ਨੇ ਉਹ ਅਸੀਂ ਆਮ ਤੌਰ ਤੇ ਵੀ ਸਾੜਦੇ ਰਹਿੰਦੇ ਹਾਂ। ਉਹ ਸਾਡੇ ਰੋਸ ਦਾ ਜਿਹੜਾ ਪ੍ਰਤੀਕ ਨੇ, ਇਹ ਸਾਡੇ ਰੋਸ ਦਾ ਇੱਕ ਢੰਗ ਹੈ ਤੇ ਦੁਸ਼ਹਿਰੇ ਵਾਲੇ ਦਿਨ ਵੀ ਅਸੀਂ ਬਦੀ ਮੰਨ ਕੇ ਇਹਨਾਂ ਦੇ ਪੁਤਲੇ ਸਾੜਾਂਗੇ। ਕਿਸਾਨ ਲੀਡਰ ਦਰਸ਼ਨਪਾਲ ਨੇ ਵੀ ਕਿਹਾ ਹੈ ਕਿ ਅਸੀਂ ਸਾਰੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕਰਦੇ ਹਾਂ, ਸਾਰੇ ਤਿਉਹਾਰਾਂ ਨੂੰ ਮਨਾਉਂਦੇ ਹਾਂ, ਤਿਉਹਾਰਾਂ ਤੇ ਪ੍ਰੋਗਰਾਮ ਸੰਕੇਤਕ ਤੌਰ ਤੇ ਦਿੰਦੇ ਹਾਂ ਕਿਉਂਕਿ ਉਦੋਂ ਬੁਰਾਈ ਤੇ ਚੰਗਿਆਈ ਦੀ ਜਿੱਤ ਹੋਈ ਸੀ, ਖਾਸ ਕਰਕੇ ਦੁਸ਼ਹਿਰੇ ਮੌਕੇ। ਬੀਜੇਪੀ ਲੀਡਰ ਹਰਜੀਤ ਗਰੇਵਾਲ ਨੇ ਵੀ ਕਿਹਾ ਕਿ ਬਦਕਿਸਮਤੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਦੂਰਦ੍ਰਿਸ਼ਟੀ ਨਹੀਂ ਰੱਖਦੇ, ਜਾਣਬੁੱਝ ਕੇ ਅਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ। ਇਹਨਾਂ ਨੇ ਆਪਣਾ ਪ੍ਰੋਗਰਾਮ ਦੁਸ਼ਹਿਰੇ ਤੇ ਹੀ ਕਿਉਂ ਕਰਨਾ ਹੈ, ਕਿਸੇ ਹੋਰ ਦਿਨ ਕਰ ਲੈਣ। ਪਿਛਲੇ ਸਾਲ ਵੀ ਤੁਹਾਨੂੰ ਯਾਦ ਹੋਏਗਾ ਦੁਸ਼ਹਿਰੇ ਵਾਲੇ ਦਿਨ ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕੇ ਗਏ ਸੀ ਤੇ ਪਹਿਲੀ ਵਾਰੀ ਅਜਿਹਾ ਹੋਇਆ ਸੀ ਕਿ ਕਿਸੇ ਵੀ ਸੂਬੇ ਦੇ ਵਿੱਚ, ਭਾਰਤ ਦੇ ਕਿਸੇ ਵੀ ਸੂਬੇ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਗਏ ਹੋਣ। ਉਦੋਂ ਤੋਂ ਹੀ ਲੈ ਕੇ ਕਹਿੰਦੇ ਮੋਦੀ ਸਾਹਿਬ ਕਿਸਾਨਾਂ ਦੇ ਪ੍ਰਤੀ ਆਪਣੇ ਮਨ 'ਚ ਇੰਨਾ ਕੁ ਗੁੱਸਾ ਰੱਖ ਕੇ ਬੈਠੇ ਨੇ ਕਿ ਮੰਨਣਾ ਹੀ ਨਹੀਂ ਚਾਹੁੰਦੇ। ਸੋ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਚੈਲੰਜ ਕਿਉਂ ਨਹੀਂ ਕਰ ਸਕਦੇ। ਬਾਕੀ ਮੁਲਕਾਂ ਵਿੱਚ ਵੀ ਲੋਕ ਆਪਣੇ ਪ੍ਰਧਾਨ ਮੰਤਰੀ ਨੂੰ ਚੈਲੰਜ ਕਰਦੇ ਨੇ। ਇਹ ਕਹਿੰਦੇ ਨੇ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਰਾਮ ਮੰਨੀਏ ਪਰ ਸਾਡੇ ਲਈ ਉਹ ਰਾਵਣ ਹੈ। ਸੰਯੁਕਤ ਕਿਸਾਨ ਮੋਰਚੇ ਨੇ ਨਿੰਦਿਆ ਕੀਤੀ ਹੈ ਹਰਿਆਣਾ ਤੇ ਚੰਡੀਗੜ੍ਹ ਪ੍ਰਸ਼ਾਸਨ ਦੀ, ਕਿਉਂਕਿ ਹਰਿਆਣਾ ਪੁਲਿਸ ਨੇ ਨਾਰਾਇਣਗੜ੍ਹ ਦੇ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਖਿਲਾਫ ਹੀ 3 ਪਰਚੇ ਦਰਜ ਕਰ ਲਏ ਨੇ, ਜਿੱਥੇ ਪਿਛਲੇ ਦਿਨੀ MP ਨਾਇਬ ਸੈਣੀ ਦੀ ਕਾਰ ਨਾਲ ਕੁਚਲਣ ਕਰਕੇ ਇੱਕ ਕਿਸਾਨ ਨੌਜਵਾਨ ਜ਼ਖਮੀ ਹੋ ਗਿਆ ਸੀ ਤੇ ਚੰਡੀਗੜ੍ਹ ਪੁਲਿਸ ਨੇ 40 ਕਿਸਾਨ ਨੇ ਜਿਹੜੇ ਸ਼ਾਂਤਮਈ ਪ੍ਰਦਰਸ਼ਨਕਾਰੀ, ਉਹਨਾਂ ਦੇ ਖਿਲਾਫ ਕੇਸ ਦਰਜ ਕੀਤੇ ਨੇ। ਮੋਰਚੇ ਨੇ ਕਿਹਾ ਕਿ ਇਹਨਾਂ ਸਾਰੀਆਂ ਕਾਰਵਾਈਆਂ ਤੋਂ ਸਾਬਿਤ ਹੋ ਜਾਂਦਾ ਹੈ ਕਿ ਪੁਲਿਸ ਕਿਸਾਨਾਂ ਦੇ ਵਿਰੁੱਧ ਉਹਨਾਂ ਅਪਰਾਧਾਂ ਲਈ ਵੀ ਕਾਰਵਾਈ ਕਰ ਰਹੀ ਹੈ ਜਿਹੜੇ ਕਿਸਾਨਾਂ ਨੇ ਕੀਤੇ ਹੀ ਨਹੀਂ। ਪਰ ਬੀਜੇਪੀ ਦੇ ਅਪਰਾਧੀਆਂ ਤੇ ਦੋਸ਼ੀਆਂ ਦੇ ਮਾਮਲੇ ਵਿੱਚ ਅਜਿਹੀ ਤੇਜ਼ੀ ਹੈ ਜਿਹੜੀ ਪੁਲਿਸ ਦੀ ਉਹ ਦਿਖਾਈ ਨਹੀਂ ਦਿੰਦੀ। ਸੰਯੁਕਤ ਕਿਸਾਨ ਮੋਰਚੇ ਨੇ ਜਾਣਕਾਰੀ ਦਿੱਤੀ ਹੈ ਕਿ 15 ਅਕਤੂਬਰ ਨੂੰ ਘੱਟੋ ਘੱਟ 5000 ਪਿੰਡਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ, ਅਮਿਤ ਸ਼ਾਹ, ਯੋਗੀ ਆਦਿੱਤਿਆਨਾਥ, ਮਨੋਹਰ ਲਾਲ ਖੱਟਰ, ਨਰਿੰਦਰ ਸਿੰਘ ਤੋਮਰ, ਸ਼ਿਵਰਾਜ ਸਿੰਘ ਚੌਹਾਨ ਆਦਿ ਦੇ ਪੁਤਲੇ ਸਾੜੇ ਜਾਣਗੇ ਤੇ 18 ਅਕਤੂਬਰ ਨੂੰ ਰੇਲਾਂ ਰੋਕੀਆਂ ਜਾਣਗੀਆਂ। ਉਧਰ ਝੋਨੇ ਵਾਲੇ ਕਿਸਾਨਾਂ ਤੇ ਇੱਕ ਹੋਰ ਗਾਜ ਡੇਗੀ ਹੈ। ਕੇਂਦਰ ਸਰਕਾਰ ਨੇ ਚੌਥਾ ਵੱਡਾ ਝਟਕਾ ਦਿੱਤਾ ਹੈ ਝੋਨੇ ਵਾਲੇ ਕਿਸਾਨਾਂ ਨੂੰ। ਕਿਸਾਨਾਂ ਤੇ ਆੜ੍ਹਤੀਆਂ ਨੂੰ ਤੰਗ ਕਰਨ ਵਾਸਤੇ ਹੁਣ ਇੱਕ ਹੋਰ ਕਾਰਵਾਈ ਸਰਕਾਰ ਨੇ ਦਿੱਤੀ ਹੈ। ਕੇਂਦਰ ਸਰਕਾਰ ਨੇ ਕਹਿ ਦਿੱਤਾ ਕਿ ਮੰਡੀਆਂ ਦੇ ਵਿੱਚ ਜਿਹੜਾ ਕਿਸਾਨਾਂ ਦਾ ਝੋਨਾ ਹੈ ਉਹ ਅਸੀਂ ਕੇਂਦਰੀ ਟੀਮਾਂ ਤੋਂ ਚੈੱਕ ਕਰਵਾਵਾਂਗੇ। ਕੇਂਦਰ ਸਰਕਾਰ ਚੌਲ ਲੈਂਦੀ ਹੈ, ਜਿਹੜਾ ਕਿ ਝੋਨਾ ਹੈ ਉਹ ਸੂਬਾ ਸਰਕਾਰਾਂ ਖਰੀਦਦੀਆਂ ਨੇ ਤੇ ਹੁਣ ਕੇਂਦਰ ਸਰਕਾਰ ਨੇ ਹੁਕਮ ਕਰ ਦਿੱਤਾ ਹੈ ਕਿ ਕਿਸਾਨਾਂ ਦਾ ਚੰਗਾ ਝੋਨਾ ਹੀ ਖਰੀਦਿਆ ਜਾਏਗਾ। ਮਾੜੀ ਮੋਟੀ ਨਵੀਂ ਵੱਧ ਹੋਊਗੀ ਜਾਂ ਫਿਰ ਉਹਦਾ ਜਿਹੜਾ ਰੰਗ ਖਰਾਬ ਹੋਇਆ ਹੋਊਗਾ ਉਹ ਝੋਨਾ ਨਹੀਂ ਖਰੀਦਿਆ ਜਾਊਗਾ ਤੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵਿਜੀਲੈਂਸ ਦੇ ਅਧਿਕਾਰੀ ਨੇ ਜਿਹੜੇ ਉਹ ਤਾਇਨਾਤ ਕਰ ਦਿੱਤੇ ਗਏ ਨੇ। ਬੜੀ ਹੈਰਾਨੀ ਦੀ ਗੱਲ ਹੈ ਕਿ ਕਿਸਾਨਾਂ ਨੂੰ ਆਪਣੀ ਫਸਲ ਜਿਹੜੀ ਵੇਚਣ ਦੇ ਲਈ ਵੀ ਵਿਜੀਲੈਂਸ ਦੀ ਪੜਤਾਲ ਦੇ ਵਿੱਚੋਂ ਦੀ ਲੰਘਣਾ ਪਵੇਗਾ ਔਰ ਵਿਜੀਲੈਂਸ ਉਹਨਾਂ ਦੇ ਖਿਲਾਫ ਕੇਸ ਦਰਜ ਕਰੇਗੀ ਜਿਹੜੇ ਆੜ੍ਹਤੀਏ ਕਿਸਾਨਾਂ ਦੀ ਖਰਾਬ ਫਸਲ ਸੁੱਟਵਾਉਣਗੇ ਜਾਂ ਫਿਰ ਜਿਹੜੇ ਕਿਸਾਨ ਨੂੰ ਅੰਦਰ ਵੜਨ ਦੀ ਇਜਾਜ਼ਤ, ਮੰਡੀ ਦੇ ਵਿੱਚ ਵੜਨ ਦੀ ਇਜਾਜ਼ਤ ਦਿੱਤੀ ਜਾਏਗੀ, ਜਿਨ੍ਹਾਂ ਦੇ ਕੋਲੇ ਸਰਕਾਰ ਦੀਆਂ ਸ਼ਰਤਾਂ ਦੇ ਮੁਤਾਬਿਕ ਝੋਨਾ ਨਹੀਂ ਹੋਏਗਾ, ਉਹਨਾਂ ਦੀ ਨਿਗਰਾਨੀ ਹੁਣ ਵਿਜੀਲੈਂਸ ਕਰੇਗੀ। ਤੇ ਕਈ ਥਾਵਾਂ ਤੇ ਤਾਂ
ਆੜਤੀਆਂ ਦੇ ਲਾਇਸੈਂਸ ਰੱਦ ਵੀ ਕਰ ਦਿੱਤੇ ਗਏ ਨੇ। ਇਸ ਬਾਰੇ ਅਸੀਂ ਪੰਜਾਬ ਦੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕੀ ਕਿਹਾ ਹੈ, ਪੰਜਾਬ ਸਰਕਾਰ ਨੂੰ ਕੀ ਅਪੀਲ ਕੀਤੀ ਹੈ, ਉਹ ਤੁਹਾਨੂੰ ਸੁਣਾਉਂਦੇ ਹਾਂ। ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਨਾ ਜੀ ਉਹਦੇ ਵਿੱਚ ਹੁਣ ਕਿਸਾਨਾਂ ਨੂੰ, ਆੜ੍ਹਤੀਆਂ ਨੂੰ ਮਤਲਬ ਜਿਹੜਾ ਹੈਗਾ ਸਿੱਖਿਆ ਦੇਣ ਵਾਸਤੇ, ਤੰਗ ਕਰਨ ਵਾਸਤੇ ਮਤਲਬ ਜਿਹੜੀ ਹੈ ਨਾ ਕੋਈ ਕਾਰਵਾਈ ਜਿਹੜੀ ਆ ਉਹ ਕੀਤੀ ਜਾਂਦੀ ਜੀ। ਹੁਣ ਇਹ ਜਿਹੜਾ ਫੈਸਲਾ ਕੇਂਦਰ ਸਰਕਾਰ ਨੇ ਕਿਹਾ ਜੀ ਅਸੀਂ ਮੰਡੀਆਂ ਦੇ ਵਿੱਚ ਕਿਸਾਨਾਂ ਦਾ ਭਰਿਆ ਹੋਇਆ ਝੋਨਾ ਕੇਂਦਰੀ ਟੀਮਾਂ ਤੋਂ ਚੈੱਕ ਕਰਾਵਾਂਗੇ ਜੀ। ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਕੇਂਦਰ ਸਰਕਾਰ ਚੌਲ ਲੈਂਦੀ ਹੈ, ਜਿਹੜਾ ਝੋਨਾ ਹੈ ਉਹ ਸਟੇਟ ਗਵਰਨਮੈਂਟਾਂ ਖਰੀਦਦੀਆਂ ਨੇ, ਪੰਜਾਬ 'ਚ ਵੀ, ਹਰਿਆਣੇ 'ਚ ਜੀ। ਤਾਂ ਕੇਂਦਰ ਸਰਕਾਰ ਚੌਲਾਂ ਦੀ ਕੁਆਲਿਟੀ ਚੈੱਕ ਕਰੇ, ਚੌਲਾਂ ਦਾ ਮੋਇਸਚਰ ਚੈੱਕ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ ਜੀ। ਪਰ ਜੇਕਰ ਕੇਂਦਰੀ ਟੀਮਾਂ ਆ ਕੇ ਕਿਸਾਨਾਂ ਨੂੰ, ਆੜ੍ਹਤੀਆਂ ਨੂੰ ਹੈਰਾਸਮੈਂਟ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਚੈਕਿੰਗਾਂ ਕਰਦੀਆਂ ਨੇ ਜੀ ਔਰ ਉਹਦੇ ਨਾਲ ਪੰਜਾਬ ਸਰਕਾਰ ਵੀ ਭਾਈਵਾਲ ਬਣਦੀ ਹੈ, ਕਿਉਂਕਿ ਜਿਹੜੀ ਹੁਣ ਕਾਰਵਾਈ ਕੀਤੀ ਗਈ ਹੈ, ਸਾਡੇ ਜਿਹੜੇ 8-9 ਆੜ੍ਹਤੀਆਂ ਦੇ ਲਾਇਸੈਂਸ ਕੈਂਸਲ ਕੀਤੇ ਗਏ ਨੇ ਜੀ ਉਹ ਕਾਰਵਾਈ ਸਟੇਟ ਗਵਰਨਮੈਂਟ ਨੇ ਕੀਤੀ ਹੈ ਜੀ। ਸਟੇਟ ਗਵਰਨਮੈਂਟ ਸਾਨੂੰ ਕਹਿ ਰਹੀ ਹੈ ਕਿ ਅਸੀਂ ਤਾਂ ਕਰਦੇ ਹਾਂ ਕਿ ਤਾਂ ਕਿ ਜਦੋਂ ਕੇਂਦਰੀ ਟੀਮਾਂ ਆਉਣ ਉਦੋਂ ਮਤਲਬ ਮੰਡੀਆਂ ਦੇ ਵਿੱਚ ਆੜ੍ਹਤੀ ਜਿਹੜੇ ਨੇ ਗਲਤ ਕੰਮ ਨਾ ਕਰਨ। ਪਰ ਜਿਸ ਤਰ੍ਹਾਂ ਦਾ ਨੱਕ 'ਚ ਦਮ ਕਰਨ ਵਾਲਾ ਕੰਮ ਕਰ ਰਹੇ ਨੇ, ਇਸ ਚੀਜ਼ ਦੇ ਨਾਲ ਕਿਸਾਨਾਂ ਤੇ ਆੜ੍ਹਤੀਆਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਜੀ। ਮੈਂ ਕੇਂਦਰ ਸਰਕਾਰ ਨੂੰ ਵੀ ਤੇ ਰਾਜ ਸਰਕਾਰ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਬਿਲਕੁਲ ਇਸ ਤਰ੍ਹਾਂ ਦੀ ਕੋਈ ਜ਼ਿਆਦਤੀ ਨਾ ਕਰੋ। ਸੋ ਕਿਸਾਨ ਪੂਰੀ ਤਰ੍ਹਾਂ ਦੇ ਨਾਲ ਪਰੇਸ਼ਾਨ ਨੇ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਮੌਜੂਦਾ ਜਿਹੜੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ, ਹੁਣ ਤੱਕ ਦੀ ਸਭ ਤੋਂ ਫੈਸਲਾਕੁੰਨ ਸਰਕਾਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਅਨ ਸਪੇਸ ਐਸੋਸੀਏਸ਼ਨ ਨੂੰ ਲਾਂਚ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਸਭ ਤੋਂ ਵਧੀਆ ਸਰਕਾਰ ਹੈ, ਫੈਸਲੇ ਲੈਣ ਵਾਲੀ ਸਰਕਾਰ ਹੈ। ਕਹਿੰਦੇ 21ਵੀਂ ਸਦੀ ਦਾ ਭਾਰਤ ਅੱਜ ਜਿਸ ਅਪਰੋਚ ਦੇ ਨਾਲ ਅੱਗੇ ਵਧ ਰਿਹਾ ਹੈ, ਜੋ ਸੁਧਾਰ ਕਰ ਰਿਹਾ ਹੈ, ਉਸ ਦਾ ਆਧਾਰ ਹੈ ਭਾਰਤ ਦੀ ਸਰਕਾਰ ਤੇ ਅਟੁੱਟ ਵਿਸ਼ਵਾਸ ਲੋਕਾਂ ਦਾ। ਕਹਿੰਦੇ ਜਿੰਨੀ ਫੈਸਲਾਕੁੰਨ ਸਰਕਾਰ ਹੁਣ ਭਾਰਤ ਵਿੱਚ ਹੈ, ਪਹਿਲਾਂ ਕਦੇ ਵੀ ਨਹੀਂ ਹੋਈ। ਸਪੇਸ ਸੈਕਟਰ ਤੇ ਸਪੇਸ ਟੈਕ ਨੂੰ ਲੈ ਕੇ ਜੋ ਸੁਧਾਰ ਹੋ ਰਹੇ ਨੇ, ਉਹ ਸਰਕਾਰ ਦੀ ਇੱਕ ਵੱਡੀ ਕਾਮਯਾਬੀ ਹੈ। ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕਸ਼ਮੀਰ ਦੇ ਵਿੱਚ ਕਤਲ ਕੀਤੀ ਗਈ ਸਿੱਖ ਪ੍ਰਿੰਸੀਪਲ ਸੁਪਿੰਦਰ ਕੌਰ ਦੇ ਪਰਿਵਾਰ ਨੂੰ ਮਿਲੇ। ਸਿਰਸਾ ਨੇ ਕਿਹਾ ਬਹੁਤ ਹੀ ਭਾਵੁਕ ਪਲ ਸਨ ਜਦੋਂ ਸੁਪਿੰਦਰ ਕੌਰ ਦੀ ਧੀ ਜਸਲੀਨ ਕੌਰ ਨੂੰ ਮਿਲੇ। ਉਹਨਾਂ ਨੇ ਕਿਹਾ ਕਿ ਜਸਲੀਨ ਨੇ ਦੱਸਿਆ ਕਿ ਸੁਪਿੰਦਰ ਕੌਰ ਨੇ ਕਸ਼ਮੀਰ ਦੇ ਸਮਾਜਿਕ ਤਾਣੇ ਬਾਣੇ ਅਤੇ ਇੱਥੋਂ ਦੇ ਸਿੱਖਾਂ ਦੇ ਦਰਪੇਸ਼ ਮੁੱਦਿਆਂ ਨੂੰ ਚੱਕਿਆ। ਸਿਰਸਾ ਨੇ ਕਿਹਾ ਕਿ ਉਹਨਾਂ ਨੇ ਮੇਰੇ ਨਾਲ ਵੀ ਕਈ ਵਾਰੀ ਸਿੱਖਾਂ ਦੇ ਮੁੱਦਿਆਂ ਨੂੰ ਲੈ ਕੇ ਫੋਨ ਤੇ ਗੱਲਬਾਤ ਕੀਤੀ ਸੀ। ਸਿਰਸਾ ਨੇ ਕਿਹਾ ਕਿ ਸੁਪਿੰਦਰ ਕੌਰ ਬਹੁਤ ਬਹਾਦਰ ਔਰਤ ਸੀ, ਉਸ ਦੀ ਝਲਕ ਜਿਹੜੀ ਹੈ ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਵੇਖਣ ਨੂੰ ਮਿਲੀ ਹੈ। ਜਲੰਧਰ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਰਿਹਾਇਸ਼ ਵੱਲ ਰੋਸ ਮਾਰਚ ਕੱਢਿਆ। ਸਿੱਖਿਆ ਵਿਭਾਗ ਦੇ ਗਲਤ ਨਤੀਜੇ ਦੇ ਕਾਰਨ ਵੱਧ ਮੈਰਿਟ ਰੱਖਦੇ 3442 ਤੇ 5178 ਅਸਾਮੀਆਂ ਦੇ ਵਿੱਚ ਭਰਤੀ ਹੋਣ ਤੋਂ ਵਾਂਝੇ ਰਹਿ ਗਏ ਬੇਰੁਜ਼ਗਾਰ ਅਧਿਆਪਕਾਂ ਦੇ ਵਫਦ ਵੱਲੋਂ ਸੂਬਾ ਪ੍ਰਧਾਨ ਇੰਦਰਪਾਲ ਦੀ ਅਗਵਾਈ ਦੇ ਵਿੱਚ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਕੋਠੀ ਵੱਲ ਰੋਸ ਮਾਰਚ ਕੱਢਿਆ ਗਿਆ। ਇਹਨਾਂ ਦਾ ਰੋਸ ਹੈ ਕਿ ਪੰਜਾਬ ਸਰਕਾਰ ਦਾ ਚਿਹਰਾ ਬਦਲਿਆ ਪਰ ਚਰਿੱਤਰ ਨਹੀਂ ਬਦਲਿਆ। ਪੰਜਾਬ ਸਰਕਾਰ ਦੇ ਵੱਲੋਂ ਗਲਤ ਨਤੀਜਾ ਐਲਾਨਣ ਨਾਲ ਮੈਰਿਟ ਵਾਲੇ ਧੱਕੇ ਖਾ ਰਹੇ ਨੇ, ਘੱਟ ਨੰਬਰਾਂ ਵਾਲੇ ਸਰਕਾਰੀ ਕੁਰਸੀਆਂ ਮੱਲੀ ਬੈਠੇ ਨੇ। ਕਿਹਾ ਕਿ ਸਾਡਾ ਜਿਹੜਾ ਧਰਨਾ ਹੈ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਉਹ ਪਿਛਲੇ 150 ਦਿਨਾਂ ਤੋਂ ਚੱਲ ਰਿਹਾ, ਪਰ ਸਰਕਾਰ ਦੇ ਕੰਨ ਤੇ ਜੂੰ ਵੀ ਨਹੀਂ ਸਰਕੀ ਤੇ ਹੁਣ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਾਂਗਰਸ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਾ ਕੀਤਾ, ਮਾਣ ਭੱਤਾ ਵਰਕਰਾਂ ਤੇ ਘੱਟੋ ਘੱਟ ਤਨਖਾਹਾਂ ਕਾਨੂੰਨ ਲਾਗੂ ਨਾ ਕੀਤਾ ਗਿਆ ਤਾਂ 24 ਅਕਤੂਬਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ ਦੇ ਵਿੱਚ ਸੂਬਾ ਪੱਧਰੀ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਖਬਰ ਅੰਮ੍ਰਿਤਸਰ ਤੋਂ ਹੈ, ਜਿੱਥੇ ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਹੁਨਰ ਸਿੰਘ ਨੇ ਆਪਣੀ ਹੀ ਰਫਲ ਦੇ ਨਾਲ ਖੁਦਕੁਸ਼ੀ ਕਰ ਲਈ ਹੈ। ਹੁਨਰ ਦੇ ਵੱਖ-ਵੱਖ ਮਹਿਕਮਿਆਂ ਤੋਂ ਰਿਟਾਇਰਡ ਮਾਤਾ-ਪਿਤਾ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਹੁਨਰ ਸਿੰਘ ਦੇ ਹੱਥ ਤੇ ਸੱਟ ਲੱਗੀ ਸੀ। ਹਾਲਾਂਕਿ ਹੱਥ ਕਾਫੀ ਠੀਕ ਹੋ ਗਿਆ ਸੀ, ਪਰ ਪਿਛਲੇ ਦਿਨਾਂ ਤੋਂ ਉਹ ਦਰਦ ਕਰਕੇ ਕਾਫੀ ਚਿੰਤਾ ਦੇ ਵਿੱਚ ਰਹਿੰਦਾ ਸੀ ਤੇ ਐਤਵਾਰ ਸਵੇਰੇ ਉਸਨੇ ਆਪਣੀ ਸਪੋਰਟਸ ਰਾਈਫਲ ਦੇ ਨਾਲ ਆਪਣੇ ਹੀ ਸਿਰ ਵਿੱਚ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਤੇ ਬੜੀ ਇਹ ਦੁਖਦਾਈ ਗੱਲ ਹੈ ਕਿ ਉਹੀ ਰਾਈਫਲ ਜਿਸ ਦੇ ਨਾਲ ਉਹ ਨਿਸ਼ਾਨੇ ਲਾਉਂਦਾ ਸੀ, ਨਿਸ਼ਾਨੇਬਾਜ਼ ਸੀ, ਤੇ ਉਸੇ ਰਾਈਫਲ ਦੇ ਨਾਲ ਉਸਨੇ ਆਪਣੇ ਸਿਰ ਤੇ ਵੀ ਨਿਸ਼ਾਨਾ ਲਾ ਲਿਆ।
ਟਾਂਡਾ ਦੇ ਵਿੱਚ ਵੀ ਇੱਕ ਵੱਡੀ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਇੱਕ ਜੋੜੇ ਦੀ ਕੰਬਾਈਨ ਦੀ ਲਪੇਟ ਵਿੱਚ ਆਉਣ ਕਰਕੇ ਮੌਤ ਹੋ ਗਈ। ਟਾਂਡਾ ਦੇ ਹਰਗੋਬਿੰਦਪੁਰ ਰੋਡ ਤੇ ਰੜਾ ਮੋੜ ਭੂਲਪੁਰ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਸਕੂਟਰੀ ਸਵਾਰ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਪਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਹਾਦਸਾ ਉਸ ਵਕਤ ਵਾਪਰਿਆ ਜਦੋਂ ਸਕੂਟਰੀ ਸਵਾਰ ਦਲੇਰ ਸਿੰਘ ਬਰੋਟਾ ਹਾਲ ਦਾ ਰਹਿਣ ਵਾਲਾ ਤੇ ਉਸਦੀ ਪਤਨੀ ਮਨਜੀਤ ਕੌਰ ਕੰਬਾਈਨ ਦੀ ਲਪੇਟ ਵਿੱਚ ਆ ਗਏ। ਦੋਵੇਂ ਜ਼ਖਮੀਆਂ ਨੂੰ ਸਥਾਨਕ ਲੋਕਾਂ ਨੇ JCB ਨੂੰ ਪਲਟਾ ਕੇ ਬਾਹਰ ਕੱਢਿਆ, ਪਰ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਬੰਦੇ ਨੂੰ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸਦੀ ਰਾਹ ਦੇ ਵਿੱਚ ਮੌਤ ਹੋ ਗਈ। ਪੰਜਾਬ ਨੂੰ ਚਿਰਾਂ ਬਾਅਦ ਹੀ ਸਹੀ ਚੰਡੀਗੜ੍ਹ ਦੇ ਵਿੱਚ ਆਪਣਾ ਇੱਕ ਹੱਕ ਤਾਂ ਮਿਲਿਆ। ਪੰਜਾਬ ਦੇ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੜ੍ਹਾਈ ਕਰਨ ਵਾਲੇ ਬੱਚੇ ਹੁਣ ਉੱਥੋਂ ਦੇ ਮੈਡੀਕਲ ਕਾਲਜਾਂ ਦੇ ਵਿੱਚ ਪੜ੍ਹਾਈ ਕਰਕੇ ਡਾਕਟਰ ਬਣ ਸਕਣਗੇ। ਪੰਜਾਬ ਅਤੇ ਚੰਡੀਗੜ੍ਹ ਦੇ ਵਿਚਾਲੇ ਕੋਟੇ ਨੂੰ ਲੈ ਕੇ ਕਈ ਚਿਰਾਂ ਤੋਂ ਵਿਵਾਦ ਚੱਲਿਆ ਆ ਰਿਹਾ ਸੀ। ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਤਾਜ਼ੇ ਹੁਕਮ ਜਾਰੀ ਕੀਤੇ ਨੇ, ਜਿਹਦੇ ਵਿੱਚ ਕਿਹਾ ਗਿਆ ਹੈ ਕਿ ਉੱਥੋਂ ਦੇ ਸਕੂਲਾਂ ਦੇ ਵਿੱਚ 10ਵੀਂ ਤੋਂ ਲੈ ਕੇ 12ਵੀਂ ਤੱਕ ਰੈਗੂਲਰ ਪੜ੍ਹਾਈ ਕਰਨ ਵਾਲੇ ਬੱਚੇ UT ਪੋਲ ਕੋਟੇ ਦਾ ਲਾਹਾ ਲੈ ਸਕਣਗੇ। ਯਾਨੀ ਕਿ ਪੰਜਾਬ ਦੇ ਜਿਹੜੇ ਬੱਚਿਆਂ ਨੇ 10ਵੀਂ ਤੋਂ ਲੈ ਕੇ 12ਵੀਂ ਤੱਕ ਦੀ ਪੜ੍ਹਾਈ ਚੰਡੀਗੜ੍ਹ ਦੇ ਵਿੱਚ ਕੀਤੀ ਹੈ, ਉਹਨਾਂ ਦਾ ਹੁਣ ਜਿਹੜਾ ਕੋਟਾ ਹੈ ਉਹ ਮੈਡੀਕਲ ਕਾਲਜਾਂ ਦੇ ਵਿੱਚ ਤੈਅ ਕਰ ਦਿੱਤਾ ਗਿਆ। ਕੋਟੇ ਦਾ ਲਾਹਾ 3 ਪੜਾਵਾਂ ਦੇ ਵਿੱਚ ਵੇਖਿਆ ਜਾ ਰਿਹਾ ਹੈ। 10ਵੀਂ ਤੇ 12ਵੀਂ ਚੰਡੀਗੜ੍ਹ ਤੋਂ ਕਰਨ ਵਾਲੇ ਵਿਦਿਆਰਥੀ ਕੋਟੇ ਦਾ ਲਾਭ ਲੈ ਸਕਦੇ ਨੇ, ਜਾਂ ਫਿਰ ਜਿਨ੍ਹਾਂ ਬੱਚਿਆਂ ਦੇ ਮਾਪੇ ਚੰਡੀਗੜ੍ਹ ਦੇ ਵਿੱਚ 5 ਸਾਲਾਂ ਤੋਂ ਰਹਿ ਰਹੇ ਨੇ ਉਹਨਾਂ ਨੂੰ ਵੀ ਇਹ ਲਾਹਾ ਮਿਲੇਗਾ। ਚੰਡੀਗੜ੍ਹ ਦੇ ਵਿੱਚ ਡੈਪੂਟੇਸ਼ਨ ਤੇ ਆਏ ਮੁਲਾਜ਼ਮਾਂ ਨੂੰ ਵੀ ਹੁਕਮਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਨੀਟ ਦਾ ਨਤੀਜਾ ਆਉਣ ਤੋਂ ਬਾਅਦ ਸਭ ਤੋਂ ਇੱਕ ਹਲਫੀਆ ਬਿਆਨ ਲਿਆ ਜਾਏਗਾ, ਜਿਹਦੇ ਵਿੱਚ ਦੱਸਣਾ ਜ਼ਰੂਰੀ ਹੋਵੇਗਾ ਕਿ ਉਹ ਸਟੇਟ ਕੋਟੇ ਦਾ ਲਾਭ ਕਿਸੇ ਹੋਰ ਸੂਬੇ ਤੋਂ ਨਹੀਂ ਲੈ ਰਹੇ। ਦਰਅਸਲ UT ਪੋਲ ਦੇ ਵਿੱਚ ਕੋਟੇ ਦੀ ਮੰਗ ਨੂੰ ਲੈ ਕੇ ਪੰਜਾਬ ਵਾਸੀਆਂ ਨੇ ਪਟੀਸ਼ਨ ਅਦਾਲਤ ਦੇ ਵਿੱਚ ਦਾਇਰ ਵੀ ਕੀਤੀ ਸੀ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪੰਜਾਬ ਦੇ ਵੱਲੋਂ ਇੱਥੇ 10ਵੀਂ ਅਤੇ 12ਵੀਂ ਪਾਸ ਕਰਨ ਵਾਲੇ ਦੂਸਰੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਕੋਟੇ ਦਾ ਲਾਭ ਪਹਿਲਾਂ ਵੀ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਇੱਕ ਹੋਰ ਜਿਹੜੀ ਰਾਹਤ ਵਾਲੀ ਗੱਲ ਹੈਗੀ ਹੈ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਕਿ ਜਿਹੜੇ ਪੰਜਾਬ ਦੇ ਨਿਵਾਸੀ ਨੇ ਪਰ ਉਹਨਾਂ ਦੇ ਮਾਪੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ, ਨੌਕਰੀ ਕਰਦੇ ਨੇ, ਉਹਨਾਂ ਦੇ ਬੱਚੇ ਵੀ ਹੁਣ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਪੜ੍ਹ ਸਕਣਗੇ। ਕਿਸੇ ਵੀ ਸਕੂਲ ਦੇ ਵਿੱਚ ਉਹ ਪੜ੍ਹ ਸਕਣਗੇ। ਪਹਿਲਾਂ ਇਹ ਜਿਹੜੀ ਰਾਹਤ ਨਹੀਂ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਟਿਸ ਰਾਜਨ ਗੁਪਤਾ ਸਣੇ ਦੇਸ਼ ਦੇ 7 ਜੱਜਾਂ ਦੇ ਤਬਾਦਲੇ ਕੀਤੇ ਗਏ ਨੇ। ਪਿਛਲੇ ਹਫ਼ਤੇ ਵਿੱਚ ਇਹ ਦੂਸਰੀ ਵਾਰੀ ਹੈ ਜਦੋਂ ਹਾਈ ਕੋਰਟ ਦੇ ਜੱਜਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ। ਇਸ ਤੋਂ ਪਹਿਲਾਂ 5 ਅਕਤੂਬਰ ਨੂੰ 11 ਹਾਈ ਕੋਰਟਾਂ ਦੇ 15 ਜੱਜਾਂ ਦੇ ਤਬਾਦਲੇ ਕੀਤੇ ਗਏ ਸੀ। ਕੁਝ ਖਾਸ ਤੇ ਵੱਡੀਆਂ ਖਬਰਾਂ ਭਾਰਤ ਤੇ ਦੁਨੀਆ ਤੋਂ ਹੋਰ ਤੁਹਾਨੂੰ ਦੱਸ ਦਿੰਦੇ ਹਾਂ। ਜੰਮੂ ਕਸ਼ਮੀਰ ਤੋਂ ਖਬਰ ਹੈ, ਜਿੱਥੇ ਪੁੰਛ ਜ਼ਿਲ੍ਹੇ ਦੇ ਵਿੱਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੇ ਵਿੱਚ ਇੱਕ ਜੂਨੀਅਰ ਕਮਿਸ਼ਨਡ ਅਧਿਕਾਰੀ ਸਣੇ ਫੌਜ ਦੇ 5 ਜਵਾਨ ਸ਼ਹੀਦੀਆਂ ਪਾ ਗਏ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਸੁਰਨਕੋਟ ਦੇ ਵਿੱਚ DKG ਦੇ ਕੋਲ ਇੱਕ ਪਿੰਡ ਵਿੱਚ ਤੜਕੇ ਜਿਹੜੀ ਮੁਹਿੰਮ ਸ਼ੁਰੂ ਹੋ ਗਈ ਸੀ। ਇਸ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ 5 ਜਿਹੜੇ ਜਵਾਨ ਨੇ ਉਹ ਸ਼ਹੀਦ ਹੋ ਗਏ। ਮੁੰਬਈ ਦੇ ਤੱਟ ਉੱਤੇ ਇੱਕ ਕਰੂਜ਼ ਜਹਾਜ਼ ਦੇ ਵਿੱਚੋਂ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ਉੱਤੇ ਇੱਕ ਵਿਸ਼ੇਸ਼ ਅਦਾਲਤ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ 13 ਅਕਤੂਬਰ ਤੱਕ ਜਵਾਬ ਦਾਇਰ ਕਰਨ ਦੇ ਲਈ ਕਿਹਾ ਹੈ। ਯਾਨੀ ਕਿ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ਦੇ ਉੱਤੇ NCB ਤੋਂ ਜਵਾਬ ਮੰਗਿਆ ਗਿਆ ਹੈ। ਵਿਸ਼ੇਸ਼ ਜੱਜ VV ਪਾਟਿਲ ਨਾਰਕੋਟਿਕ ਡਰੱਗਸ ਅਤੇ ਨਸ਼ੀਲੀਆਂ ਵਸਤੂਆਂ ਐਕਟ ਸੰਬੰਧੀ ਮਾਮਲੇ ਤੇ ਸੁਣਵਾਈ ਕਰ ਰਹੇ ਨੇ ਤੇ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ। ਭਾਰਤ ਅਤੇ ਚੀਨ ਦੇ ਵਿਚਾਲੇ 13ਵੇਂ ਗੇੜ ਦੀ ਗੱਲਬਾਤ ਹੋਈ। ਫੌਜੀ ਗੱਲਬਾਤ ਪੂਰਬੀ ਲੱਦਾਖ ਦੇ ਪੈਂਡਿੰਗ ਮੁੱਦਿਆਂ ਦਾ ਹੱਲ ਕੱਢਣ ਲਈ ਹੋਈ, ਪਰ ਕਿਸੇ ਨਤੀਜੇ ਤੇ ਨਹੀਂ ਪਹੁੰਚੀ। ਭਾਰਤੀ ਫੌਜ ਨੇ ਕਿਹਾ ਕਿ ਸਾਡੇ ਵੱਲੋਂ ਦਿੱਤੇ ਗਏ ਸਕਾਰਾਤਮਕ ਸੁਝਾਵਾਂ ਉੱਤੇ ਚੀਨੀ ਫੌਜ ਸਹਿਮਤ ਨਹੀਂ ਹੋਈ। ਭਾਰਤੀ ਫੌਜ ਨੇ ਜੋ ਬਿਆਨ ਜਾਰੀ ਕੀਤਾ ਉਸ ਵਿੱਚ ਮਾਮਲੇ ਉੱਤੇ ਉਸ ਦੇ ਸਖਤ ਰੁਖ ਦਾ ਸੰਕੇਤ ਮਿਲਿਆ। ਹਾਲਾਂਕਿ ਫੌਜ ਨੇ ਇਹ ਆਸ ਜ਼ਰੂਰ ਜਤਾਈ ਹੈ ਕਿ ਭਾਰਤ ਅਤੇ ਚੀਨ ਦੇ ਵਿਚਾਲੇ ਦੁਵੱਲੇ ਮੁੱਦਿਆਂ ਦਾ ਹੱਲ ਹੈ ਜਿਹੜਾ ਉਹ ਸ਼ਾਂਤੀਪੂਰਵਕ ਜ਼ਰੂਰ ਨਿਕਲੇਗਾ। CBI ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ਮੁਖ ਦੇ ਨਾਗਪੁਰ ਅਤੇ ਮੁੰਬਈ ਸਥਿਤ ਟਿਕਾਣਿਆਂ ਦੇ ਉੱਤੇ ਛਾਪੇ ਮਾਰੇ ਗਏ। ਏਜੰਸੀ ਨੇ ਹਾਲਾਂਕਿ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਛਾਪੇ ਕਿਸ ਮਾਮਲੇ ਦੇ ਵਿੱਚ ਮਾਰੇ ਗਏ। UP ਤੋਂ ਖਬਰ ਹੈ, ਜਿੱਥੋਂ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪਿਛਲੇ ਦਿਨਾਂ ਤੋਂ ਲਗਾਤਾਰ ਦਾਅਵਾ ਕਰ ਰਹੇ ਨੇ ਕਿ UP ਇੱਕ ਸੁਰੱਖਿਅਤ ਸੂਬਾ ਹੈ ਔਰਤਾਂ ਦੇ ਲਈ, ਕੁੜੀਆਂ ਦੇ ਲਈ, ਪਰ ਉੱਥੋਂ ਹਮੇਸ਼ਾ ਜਬਰ ਜਨਾਹ ਦੀਆਂ ਘਿਨਾਉਣੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰਦੀਆਂ ਰਹਿੰਦੀਆਂ ਨੇ। ਤਾਜ਼ਾ ਖਬਰ ਵੀ ਅਜਿਹੀ ਹੈ, ਉੱਤਰ ਪ੍ਰਦੇਸ਼ ਦੇ ਜਵਾਰ ਇਲਾਕੇ ਦੇ ਵਿੱਚ ਇੱਕ ਅਧੇੜ ਉਮਰ ਦੀ ਔਰਤ ਦੇ ਨਾਲ ਉਸ ਨੂੰ ਜਾਣਨ ਵਾਲੇ ਕੁਝ ਲੋਕਾਂ ਨੇ ਸਮੂਹਿਕ ਜਬਰ ਜਨਾਹ ਕੀਤਾ। ਇਹ ਘਟਨਾ ਲੰਘੇ ਦਿਨ ਉਸ ਵੇਲੇ ਵਾਪਰੀ ਜਦੋਂ ਪੀੜਤਾ ਪਿੰਡ ਤੋਂ ਬਾਹਰ ਘਾਹ ਵੱਢਣ ਗਈ ਹੋਈ ਸੀ। ਇਸ ਦੌਰਾਨ ਇੱਕ ਵਿਅਕਤੀ ਜੋ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉੱਥੇ ਆਇਆ ਤੇ ਉਸ ਨੂੰ ਖਿੱਚ ਕੇ ਖੇਤਾਂ ਦੇ ਵਿੱਚ ਲੈ ਗਿਆ, ਜਿੱਥੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜਬਰ ਜਨਾਹ ਕੀਤਾ।
इस दौरान मुजफ्फरनगर तो भी एक खबर आई जिथे 9वीं जमात ਦੇ ਵਿੱਚ ਪੜ੍ਹਦੀ ਨਾਬਾਲਿਗ ਲੜਕੀ ਦੇ ਨਾਲ ਉਸਦੀ ਹੀ ਜਮਾਤ ਵਿੱਚ ਪੜ੍ਹਦੇ ਇੱਕ ਹੋਰ ਲੜਕੀ ਦੇ ਭਰਾ ਨੇ ਜਬਰ ਜਨਾਹ ਕੀਤਾ। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅਜਿਹੀਆਂ ਘਟਨਾਵਾਂ ਨੂੰ ਸ਼ਰਮਨਾਕ ਦੱਸਦਿਆਂ ਹੋਇਆਂ ਮੁਲਜ਼ਮਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਟਵੀਟ ਕੀਤਾ ਹੈ। ਉੱਤਰਾਖੰਡ ਦੇ ਵਿੱਚ ਬੀਜੇਪੀ ਨੂੰ ਝਟਕਾ ਲੱਗਿਆ ਹੈ ਕਿਉਂਕਿ ਇੱਥੋਂ ਦੇ ਆਵਾਜਾਈ ਮੰਤਰੀ ਯਸ਼ਪਾਲ ਸ਼ਰਮਾ ਨੇ ਬੀਜੇਪੀ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਹੈ। ਆਪਣੇ ਪੁੱਤਰ ਤੇ ਵਿਧਾਇਕ ਸੰਜੀਵ ਆਰੀਆ ਦੇ ਨਾਲ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ। ਦਿੱਲੀ ਵਿੱਚ ਕਾਂਗਰਸ ਦੇ ਸੀਨੀਅਰ ਲੀਡਰਾਂ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕਾਂਗਰਸ ਦੇ ਸੀਨੀਅਰ ਲੀਡਰ ਹਰੀਸ਼ ਰਾਵਤ, ਕੇਸੀ ਵੇਣੂਗੋਪਾਲ ਅਤੇ ਰਣਦੀਪ ਸੁਰਜੇਵਾਲਾ ਮੌਜੂਦ ਰਹੇ। ਹਾਲਾਂਕਿ ਜਸ਼ਪਾਲ ਆਰੀਆ ਦੇ ਲਈ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣਾ ਘਰ ਵਾਪਸੀ ਵਰਗਾ ਹੀ ਦੱਸਿਆ ਜਾ ਰਿਹਾ ਹੈ। 2007 ਤੋਂ 2014 ਤੱਕ ਜਸ਼ਪਾਲ ਆਰੀਆ ਉੱਤਰਾਖੰਡ ਕਾਂਗਰਸ ਦੇ ਪ੍ਰਧਾਨ ਸਨ। ਹਰੀਸ਼ ਰਾਵਤ ਦੇ ਕਾਰਜਕਾਲ ਦੇ ਵਿੱਚ ਮੰਤਰੀ ਵੀ ਸਨ। ਉਹਨਾਂ ਨੇ 2017 ਦੇ ਵਿੱਚ ਬੀਜੇਪੀ ਜੁਆਇਨ ਕਰ ਲਈ ਸੀ। ਸੋਸ਼ਲ ਮੀਡੀਆ ਤੇ ਜਲੂਸ ਨਿਕਲਿਆ ਤਾਂ ਅਮਿਤਾਭ ਬੱਚਨ ਨੇ ਇੱਕ ਬ੍ਰਾਂਡ ਨੂੰ ਹੱਥ ਜੋੜ ਦਿੱਤੇ ਨੇ ਤੇ ਐਡ ਵੀ ਵਾਪਸ ਕਰ ਦਿੱਤੀ ਹੈ। ਇੱਕ ਬ੍ਰਾਂਡ ਦੇ ਪ੍ਰੋਡਕਟ ਦੀ ਐਡ ਕਰਨੀ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੂੰ ਇਸ ਕਦਰ ਮਹਿੰਗੀ ਪਈ ਕਿ ਉਸਨੇ ਐਡ ਵਾਲਿਆਂ ਨੂੰ ਨਾ ਕਰਦਿਆਂ ਸਾਰੇ ਪੈਸੇ ਵੀ ਵਾਪਸ ਕਰ ਦਿੱਤੇ। ਦਰਅਸਲ ਇਹ ਐਡ ਇੱਕ ਪਾਨ ਮਸਾਲਾ ਦੀ ਐਡ ਸੀਗੀ ਜਿਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਅਮਿਤਾਭ ਬੱਚਨ ਨੂੰ ਖੂਬ ਭੰਡਿਆ ਜਾ ਰਿਹਾ ਸੀ। ਉਸ ਤੋਂ ਬਾਅਦ ਅਮਿਤਾਭ ਬੱਚਨ ਨੇ ਪਾਨ ਮਸਾਲਾ ਬ੍ਰਾਂਡ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ। ਸਾਰੇ ਪੈਸੇ ਵੀ ਵਾਪਸ ਕਰ ਦਿੱਤੇ। ਅਮਿਤਾਭ ਬੱਚਨ ਦੀ ਟੀਮ ਨੇ ਜਾਣਕਾਰੀ ਦਿੱਤੀ ਕਿ ਅਮਿਤਾਭ ਨੇ ਇਸ ਵਿਗਿਆਪਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਕੁਝ ਦਿਨ ਪਹਿਲਾਂ ਹੀ ਇਹ ਵਿਗਿਆਪਨ ਹੈ ਜਿਹੜਾ ਔਨ 에ਅਰ ਹੋਇਆ ਸੀ। ਉਸ ਤੋਂ ਬਾਅਦ ਅਮਿਤਾਭ ਬੱਚਨ ਨੇ ਇਸ ਬ੍ਰਾਂਡ ਦੇ ਨਾਲ ਸੰਪਰਕ ਕਰਕੇ ਇਸ ਤੋਂ ਕਿਨਾਰਾ ਕਰ ਲਿਆ। ਟੀਮ ਦੇ ਮੁਤਾਬਿਕ ਬਿਗ ਬੀ ਨੂੰ ਨਹੀਂ ਪਤਾ ਸੀ ਕਿ ਇਹ ਸਰੋਗੇਟ ਐਡਵਰਟਾਈਜ਼ਿੰਗ ਹੈ। ਟੀਮ ਦੇ ਮੁਤਾਬਿਕ ਅਮਿਤਾਭ ਬੱਚਨ ਨੇ ਇਸ ਬ੍ਰਾਂਡ ਦੇ ਨਾਲ ਆਪਣੇ ਸਾਰੇ ਕਰਾਰ ਵੀ ਖਤਮ ਕਰ ਦਿੱਤੇ ਨੇ। ਪ੍ਰਮੋਸ਼ਨ ਲਈ ਲਏ ਗਏ ਪੈਸੇ ਵੀ ਕੰਪਨੀ ਨੂੰ ਮੋੜ ਦਿੱਤੇ ਗਏ ਨੇ। ਪੀਟੀਆਈ ਦੇ ਮੁਤਾਬਿਕ ਪਿਛਲੇ ਮਹੀਨੇ ਇੱਕ ਗੈਰ ਸਰਕਾਰੀ ਐਨਜੀਓ ਨੋਟੇ ਨੇ ਵੀ ਅਮਿਤਾਭ ਬੱਚਨ ਨੂੰ ਪਾਨ ਮਸਾਲਾ ਕੰਪਨੀਆਂ ਦੀ ਪ੍ਰਮੋਸ਼ਨ ਨਾ ਕਰਨ ਦੀ ਅਪੀਲ ਕੀਤੀ ਸੀ ਤੇ ਅਮਿਤਾਭ ਬੱਚਨ ਨੇ ਆਪਣੇ 79ਵੇਂ ਜਨਮ ਦਿਨ ਮੌਕੇ ਇਸ ਐਡ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਉਹਨਾਂ ਦੇ ਫੈਨਸ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਵਧਾਈਆਂ ਵੀ ਦੇ ਰਹੇ ਸੀ ਪਰ ਨਾਲ ਹੀ ਨਾਲ ਅਮਿਤਾਭ ਬੱਚਨ ਦੀ ਇਸ ਐਡ ਕਰਕੇ ਉਹ ਕਾਫੀ ਆਲੋਚਨਾ ਵੀ ਕਰ ਰਹੇ ਸੀ। ਇਸ ਸਾਲ ਦਾ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ 3 ਅਰਥ ਸ਼ਾਸਤਰੀਆਂ ਨੂੰ ਦਿੱਤਾ ਜਾਏਗਾ। ਡੇਵਿਡ ਕਾਰਡ, ਜੇਸ਼ੂਆ ਐਂਗਰਿਸਟ ਅਤੇ ਗਿਡੋ ਐਂਬੇਸ ਨੂੰ। ਇਸ ਪੁਰਸਕਾਰ ਦਾ ਇੱਕ ਹਿੱਸਾ ਡੇਵਿਡ ਕਾਰਡ ਨੂੰ ਮਿਲੇਗਾ ਤੇ ਦੂਸਰਾ ਹਿੱਸਾ ਜੋਸ਼ੂਆ ਐਂਗਰਿਸਟ ਅਤੇ ਗਿਡੋ ਐਂਬੇਸ ਸਾਂਝਾ ਕਰਨਗੇ। ਸਿੰਗਾਪੁਰ ਤੋਂ ਖਬਰ ਹੈ ਜਿੱਥੇ ਇੱਕ ਮੈਡੀਕਲ ਟੀਮ ਨੇ ਇੱਕ ਕੈਂਸਰ ਪੀੜਤ ਮਹਿਲਾ ਦੀ ਭਾਰਤ ਵਿੱਚ ਰਹਿੰਦੇ ਉਸਦੇ 2 ਬੱਚਿਆਂ ਨੂੰ ਮਿਲਣ ਦੀ ਆਖਰੀ ਇੱਛਾ ਪੂਰੀ ਕਰਨ ਲਈ ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਉਸਦੀ ਇੱਕ ਹਸਪਤਾਲ ਤੋਂ ਤਿਰੂਚਿਰਾਪੱਲੀ ਤੱਕ ਦੀ ਯਾਤਰਾ ਦਾ ਪ੍ਰਬੰਧ ਕੀਤਾ। ਚੈਨਲ ਨਿਊਜ਼ ਏਸ਼ੀਆ ਨੇ ਕੈਂਸਰ ਪੀੜਤਾ ਦੇ ਪਤੀ ਰਾਜ ਗੋਪਾਲਨ ਕੋਲ ਚਿਮਨੀ ਦੇ ਨਾਲ ਇੱਕ ਇੰਟਰਵਿਊ ਕੀਤਾ ਤੇ ਦੱਸਿਆ ਕਿ ਸਿੰਗਾਪੁਰ ਦੀ ਸਥਾਈ ਵਸਨੀਕ ਰਾਮਮੂਰਤੀ ਰਾਜੇਸ਼ਵਰੀ ਦੇ ਗਲੇ ਵਿੱਚ ਕੈਂਸਰ ਸੀ। ਤਿਰੂਚਿਰਾਪੱਲੀ ਵਿੱਚ ਰਹਿੰਦੇ ਆਪਣੇ 12 ਤੇ 9 ਸਾਲ ਦੇ ਬੱਚਿਆਂ ਨੂੰ ਮਿਲਣਾ ਚਾਹੁੰਦੀ ਸੀ। ਜਨਵਰੀ 2019 ਵਿੱਚ ਕੈਂਸਰ ਦੀ ਪਰੇਸ਼ਾਨੀ ਵਧਣ ਤੋਂ ਬਾਅਦ ਉਸਦੇ ਰਿਸ਼ਤੇਦਾਰ ਉੱਥੇ ਬੱਚਿਆਂ ਦੀ ਦੇਖਭਾਲ ਕਰ ਰਹੇ ਸੀ ਤਿਰੂਚਿਰਾਪੱਲੀ ਦੇ ਵਿੱਚ ਤੇ ਡਾਕਟਰਾਂ ਨੇ ਪੂਰੀ ਜਿਹੜੀ ਮਿਹਨਤ ਕਰਕੇ ਮਾਂ ਨੂੰ ਬੱਚਿਆਂ ਦੇ ਨਾਲ ਮਿਲਾਇਆ। ਹਾਲਾਂਕਿ ਉਕਤ ਜੋੜੇ ਦੇ ਭਾਰਤ ਆਉਣ ਤੋਂ 2 ਹਫ਼ਤੇ ਬਾਅਦ 27 ਜੂਨ 2020 ਨੂੰ ਰਾਜੇਸ਼ਵਰੀ ਦਾ ਦੇਹਾਂਤ ਹੋ ਗਿਆ ਸੀ ਤੇ ਹੁਣ ਪਤਾ ਲੱਗਿਆ ਹੈ ਕਿ ਮੈਡੀਕਲ ਟੀਮ ਨੇ ਕੈਂਸਰ ਪੀੜਤਾ ਦੀ ਭਾਰਤ ਵਿੱਚ ਆਪਣੇ ਬੱਚਿਆਂ ਨੂੰ ਮਿਲਣ ਦੀ ਇੱਛਾ ਪੂਰੀ ਕੀਤੀ। ਉੱਤਰੀ ਕੋਰੀਆ ਦੇ ਇੱਕ ਕਰਨਲ ਨੇ ਕਿਮ ਯੋਂਗ ਉਨ ਦੇ ਰਾਜ ਖੋਲੇ ਨੇ। ਉੱਤਰੀ ਕੋਰੀਆ ਦਾ ਜਿਹੜਾ ਸ਼ਾਸਕ ਹੈ, ਉੱਤਰੀ ਕੋਰੀਆ ਦਾ ਰਾਜਾ ਹੈ, ਉਸ ਦੇ ਰਾਜ ਖੋਲੇ ਨੇ। ਉੱਤਰੀ ਕੋਰੀਆ ਦੀ ਖੁਫੀਆ ਏਜੰਸੀ ਦੇ ਸਾਬਕਾ ਸੈਨਿਕ ਅਧਿਕਾਰੀ ਨੇ ਫੌਜੀ ਅਧਿਕਾਰੀ ਨੇ ਦੱਸਿਆ ਹੈ ਮੀਡੀਆ ਨੂੰ ਕਿ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਕਦੇ ਵੀ ਆਪਣੇ ਦੇਸ਼ ਦੇ ਪਰਮਾਣੂ ਹਥਿਆਰਾਂ ਨੂੰ ਨਸ਼ਟ ਨਹੀਂ ਕਰਨਗੇ। BBC ਦੇ ਨਾਲ ਖਾਸ ਮੁਲਾਕਾਤ ਦੇ ਵਿੱਚ ਕਿਮ ਨੇ ਦੱਸਿਆ ਕਿ ਪੈਸਿਆਂ ਦੀ ਦਿੱਕਤ ਨਾਲ ਜੂਝ ਰਿਹਾ ਉੱਤਰੀ ਕੋਰੀਆ ਮੱਧ ਪੂਰਬ ਅਤੇ ਅਫਰੀਕਾ ਦੇ ਵਿੱਚ ਹਥਿਆਰਾਂ ਦੀ ਵਿਕਰੀ ਅਤੇ ਨਸ਼ੀਲੀਆਂ ਦਵਾਈਆਂ ਦੇ ਸੌਦਿਆਂ ਚੋਂ ਫੰਡ ਜਿਤਾਉਣ ਦੇ ਲਈ ਬੇਤਾਬ ਰਹਿੰਦਾ ਹੈ, ਕਾਲਾ ਰਹਿੰਦਾ ਹੈ ਤੇ ਅਜਿਹਾ ਕਰਦਾ ਹੈ। ਕਿਮ ਨੇ ਦੱਸਿਆ ਕਿ ਮੈਂ ਖੁਦ 3 ਵਿਦੇਸ਼ੀਆਂ ਨੂੰ ਉੱਤਰੀ ਕੋਰੀਆ ਦੇ ਵਿੱਚ ਇੱਕ ਕਿਸਮ ਦੇ ਡਰੱਗ ਦੇ ਉਤਪਾਦਨ ਦਾ ਟਿਕਾਣਾ ਬਣਾਉਣ ਦੇ ਲਈ ਲੈ ਕੇ ਆਇਆ ਸੀ। ਉੱਤਰੀ ਕੋਰੀਆ ਦੇ ਵਿੱਚ ਸਾਰਾ ਪੈਸਾ ਕਿਮ ਯੋਂਗ ਇਲ ਅਤੇ ਕਿਮ ਯੋਂਗ ਉਨ ਦਾ ਹੈ। ਉਸ ਪੈਸੇ ਨਾਲ ਉੱਤਰੀ ਕੋਰੀਆ ਦਾ ਲੀਡਰ ਆਪਣੇ ਲਈ ਆਲੀਸ਼ਾਨ ਘਰ ਬਣਾਉਂਦਾ ਹੈ, ਮਹਿੰਗੀਆਂ ਕਾਰਾਂ, ਕੱਪੜੇ ਖਰੀਦਦਾ ਹੈ ਅਤੇ ਭੋਗ ਵਿਲਾਸ ਦਾ ਜੀਵਨ ਜਿਉਂਦਾ ਹੈ। ਕਰਨਲ ਨੇ ਇਹ ਵੀ ਦੱਸਿਆ ਕਿ ਮਈ 2009 ਦੇ ਵਿੱਚ ਉੱਤਰੀ ਕੋਰੀਆ ਦੇ ਇੱਕ ਸਾਬਕਾ ਅਧਿਕਾਰੀ ਨੂੰ ਮਾਰਨ ਦੇ ਲਈ ਇੱਕ ਟੈਰਰ ਟਾਸਕ ਫੋਰਸ ਬਣਾਉਣ ਦੇ ਲਈ ਹੁਕਮ ਆਇਆ ਸੀ ਤੇ ਇਹ ਅਧਿਕਾਰੀ ਫਿਰ ਦੱਖਣੀ ਕੋਰੀਆ ਚਲਾ ਗਿਆ ਸੀ। ਕਰਨਲ ਨੇ ਇਹ ਵੀ ਕਿਹਾ ਕਿ ਕਿਮ ਯੋਂਗ ਉਨ ਨੇ ਇਹ ਕੰਮ ਆਪਣੇ ਪਿਤਾ ਅਤੇ ਵੱਡੇ ਲੀਡਰ ਨੂੰ ਸੰਤੁਸ਼ਟ ਕਰਨ ਦੇ ਲਈ ਕੀਤਾ। ਹਾਂਗ ਯੰਗ ਯੋਪ ਨਾਮ ਦੇ ਇਸ ਅਧਿਕਾਰੀ ਦਾ ਕਤਲ ਕਰਨ ਦੇ ਲਈ ਟੈਰਰ ਫੋਰਸ ਦਾ ਗਠਨ ਕੀਤਾ ਗਿਆ ਅਤੇ ਮੈਂ
ਖੁਦ ਇਸ ਕੰਮ ਨੂੰ ਅੰਜਾਮ ਦਿੱਤਾ ਸੀ। ਇਹ ਵੱਡੇ ਖੁਲਾਸੇ ਨੇ ਜਿਹੜੇ ਉਹ ਕੀਤੇ ਨੇ ਕਿ ਉੱਤਰੀ ਕੋਰੀਆ ਦੇ ਵਿੱਚ ਆਮਦਨੀ ਦੇ ਕੀ ਸਾਧਨ ਨੇ, ਨਸ਼ੇ ਨੇ ਜਿਹੜੇ ਉਹਨਾਂ ਦੀ ਤਸਕਰੀ ਕੀਤੀ ਜਾਂਦੀ ਹੈ, ਵੱਡੇ ਖੁਲਾਸੇ ਕੀਤੇ ਨੇ। ਹਾਲਾਂਕਿ ਅਸੀਂ ਇਹਨਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦੇ। ਲੈਬਨਾਨ ਦੇ ਵਿੱਚ 24 ਘੰਟਿਆਂ ਦੇ ਬਲੈਕ ਆਊਟ ਤੋਂ ਬਾਅਦ ਇੱਕ ਵਾਰ ਫਿਰ ਚਾਨਣ ਹੋ ਗਿਆ ਹੈ, ਬਿਜਲੀ ਪਰਤ ਆਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 24 ਘੰਟੇ ਸਪਲਾਈ ਠੱਪ ਰਹਿਣ ਤੋਂ ਬਾਅਦ ਬਿਜਲੀ ਬਹਾਲ ਕਰ ਦਿੱਤੀ ਗਈ ਹੈ। ਊਰਜਾ ਮੰਤਰਾਲੇ ਨੇ ਦੱਸਿਆ ਕਿ ਕੇਂਦਰੀ ਬੈਂਕ ਨੇ ਉਹਨਾਂ ਨੂੰ ਊਰਜਾ ਖਰੀਦਣ ਦੇ ਲਈ, ਬਾਲਣ ਖਰੀਦਣ ਅਤੇ ਪਾਵਰ ਸਟੇਸ਼ਨਾਂ ਨੂੰ ਮੁੜ ਚਾਲੂ ਕਰਨ ਦੇ ਲਈ ਕਰਜ਼ੇ ਦੇ ਰੂਪ ਦੇ ਵਿੱਚ $100 ਮਿਲੀਅਨ ਦਾ ਕਰਜ਼ਾ ਦਿੱਤਾ ਹੈ। ਕੇਂਦਰੀ ਬੈਂਕ ਦੀ ਮਦਦ ਤੋਂ ਬਾਅਦ ਲੈਬਨਾਨ ਹੈ ਜਿਹੜਾ ਉਹ ਹਨੇਰੇ ਤੋਂ ਚਾਨਣ ਦੇ ਵਿੱਚ ਪ੍ਰਵੇਸ਼ ਹੋਇਆ। ਲੈਬਨਾਨ ਦੇ ਵਿੱਚ ਐਤਵਾਰ ਨੂੰ ਪਾਵਰ ਗ੍ਰਿਡ ਬੰਦ ਹੋ ਗਿਆ ਸੀ। ਪਾਵਰ ਗ੍ਰਿਡ ਬੰਦ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਖਦਸ਼ਾ ਜਤਾਉਂਦੇ ਹੋਏ ਇਹ ਵੀ ਕਹਿ ਦਿੱਤਾ ਸੀ ਕਿ ਪਾਵਰ ਸਪਲਾਈ ਦੇ ਕਈ ਦਿਨਾਂ ਤੱਕ ਮੁੜ ਚਾਲੂ ਹੋਣ ਦੀ ਉਮੀਦ ਨਹੀਂ ਹੈ, ਪਰ 24 ਘੰਟਿਆਂ ਬਾਅਦ ਹੀ ਇੱਥੇ ਜਿਹੜਾ ਹੈਗਾ ਬਿਜਲੀ ਆ ਗਈ ਹੈ। ਅਮਰੀਕੀ ਫੌਜੀਆਂ ਦੀ ਅਫਗਾਨਿਸਤਾਨ ਤੋਂ ਵਾਪਸੀ, ਅਫਗਾਨਿਸਤਾਨ ਦੇ ਉੱਤੇ ਤਾਲਿਬਾਨ ਦੇ ਕਬਜ਼ਾ, ਉਸ ਤੋਂ ਬਾਅਦ ਪਹਿਲੀ ਵਾਰੀ ਅਫਗਾਨਿਸਤਾਨ ਅਤੇ ਅਮਰੀਕਾ ਦੀ ਮੁਲਾਕਾਤ ਹੋਈ ਹੈ। ਤਾਲਿਬਾਨੀ ਸਰਕਾਰ ਦੇ ਪ੍ਰਤੀਨਿਧੀਆਂ ਅਤੇ ਅਮਰੀਕੀ ਅਧਿਕਾਰੀਆਂ ਨੇ ਦੋਹਾ ਦੇ ਵਿੱਚ ਮੁਲਾਕਾਤ ਕੀਤੀ ਹੈ। ਬੈਠਕ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਇਸ ਬੈਠਕ ਨੂੰ ਸਪਸ਼ਟ ਅਤੇ ਪੇਸ਼ੇਵਰ ਦੱਸਿਆ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਤਾਲਿਬਾਨ ਦੀ ਅੰਤਰਿਮ ਸਰਕਾਰ ਨੂੰ ਉਹਨਾਂ ਦੇ ਕੰਮਾਂ ਦੇ ਆਧਾਰ ਤੇ ਅਸੀਂ ਮਿਣਾਂਗੇ, ਨਾ ਕਿ ਸਿਰਫ ਉਹਨਾਂ ਦੇ ਕਹਿਣ ਦੇ ਆਧਾਰ ਤੇ ਉਹਨਾਂ ਦੇ ਅਸੀਂ ਕੰਮ ਦੇਖਾਂਗੇ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਦੋਹਾ ਦੇ ਵਿੱਚ ਹੋਈ ਗੱਲਬਾਤ ਦੌਰਾਨ ਅਮਰੀਕੀ ਅਧਿਕਾਰੀਆਂ ਨੇ ਸੁਰੱਖਿਆ ਅਤੇ ਅੱਤਵਾਦ ਨਾਲ ਜੁੜੀ ਚਿੰਤਾ, ਅਮਰੀਕੀ ਨਾਗਰਿਕਾਂ ਦੀ ਸੁਰੱਖਿਅਤ ਵਾਪਸੀ, ਦੂਸਰੇ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ, ਅਫਗਾਨਿਸਤਾਨ ਦੇ ਲੋਕਾਂ ਦੀ ਸੁਰੱਖਿਆ ਅਤੇ ਔਰਤਾਂ ਦੀ ਸਾਰਥਕ ਭਾਗੀਦਾਰੀ ਵਰਗੇ ਕਈ ਮਨੁੱਖੀ ਅਧਿਕਾਰ ਪ੍ਰੇਰਿਤ ਮੁੱਦਿਆਂ ਤੇ ਧਿਆਨ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਦੱਸਿਆ ਕਿ ਦੋਵੇਂ ਪੱਖਾਂ ਦੇ ਅਫਗਾਨ ਲੋਕਾਂ ਦੇ ਲਈ ਅਮਰੀਕੀ ਮਨੁੱਖੀ ਸਹਾਇਤਾ ਦੇ ਵਸੀਲਿਆਂ ਦੇ ਉੱਤੇ ਵੀ ਚਰਚਾ ਕੀਤੀ। ਪ੍ਰਾਈਸ ਨੇ ਕਿਹਾ ਕਿ ਇਹ ਗੱਲਬਾਤ ਸਪਸ਼ਟ ਅਤੇ ਪੇਸ਼ੇਵਰ ਸੀ। ਇਸ ਵਿੱਚ ਅਮਰੀਕਾ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਤਾਲਿਬਾਨ ਨੂੰ ਉਹਨਾਂ ਦੇ ਕੰਮ ਦੇ ਆਧਾਰ ਤੇ ਹੀ ਅਸੀਂ ਪਰਖਾਂਗੇ, ਸ਼ਬਦਾਂ ਦੇ ਆਧਾਰ ਤੇ ਨਹੀਂ ਪਰਖਾਂਗੇ। ਹਾਲਾਂਕਿ ਨਾ ਅਮਰੀਕਾ ਨੇ ਨਾ ਹੀ ਤਾਲਿਬਾਨੀ ਸਰਕਾਰ ਨੇ ਦੋਵਾਂ ਮੁਲਕਾਂ ਦੇ ਵਿਚਾਲੇ ਹੋਏ ਕਿਸੇ ਵੀ ਸਮਝੌਤੇ ਦੀ ਜਾਣਕਾਰੀ ਮੀਡੀਆ ਨੂੰ ਨਹੀਂ ਦਿੱਤੀ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।